TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਹੈ। ਦੋਸਤੋ, ਰੋਜ਼ਾਨਾ ਖਬਰਾਂ ਦੇ ਇਰਦ ਗਿਰਦ ਘੁੰਮਦੇ ਰਹੀਦਾ, ਪਰ ਜੇ ਜਾਨ ਹੈ ਤਾਂ ਜਹਾਨ ਹੈ। ਖਬਰਾਂ ਵੀ ਫੇਰ ਹੀ ਚੰਗੀਆਂ ਲੱਗਦੀਆਂ ਨੇ ਜੇ ਘਰ ਦੇ ਵਿੱਚ ਤੰਦਰੁਸਤੀ ਹੋਵੇ, ਸਰੀਰ ਤੰਦਰੁਸਤ ਹੋਵੇ। ਦੁਨੀਆ ਦੇ ਉੱਤੇ ਜੇਕਰ ਕੋਈ ਸਭ ਤੋਂ ਵੱਡੀ ਨਿਆਮਤ ਹੈ ਤਾਂ ਉਹ ਤੰਦਰੁਸਤੀ ਹੈ। ਇੱਕ ਇਨਸਾਨ ਤੰਦਰੁਸਤ ਕਿਵੇਂ ਰਹੇ? ਹਰ ਇੱਕ ਵਿਅਕਤੀ, ਭਾਵੇਂ ਉਹ ਖੁਦ ਹੈ, ਭਾਵੇਂ ਉਸ 'ਤੇ ਕੋਈ ਪਰਿਵਾਰਕ ਮੈਂਬਰ ਨੇ ਜਾਂ ਦੋਸਤ ਨੇ ਜਾਂ ਮਿੱਤਰ ਨੇ ਜਾਂ ਰਿਸ਼ਤੇਦਾਰ ਨੇ, ਉਹ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹਿਣ। ਤੰਦਰੁਸਤੀ ਵਰਗੀ ਦੁਨੀਆ ਦੇ ਉੱਤੇ ਕੋਈ ਵੀ ਚੀਜ਼ ਨਹੀਂ ਹੈ। ਤੰਦਰੁਸਤ ਕਿਵੇਂ ਰਿਹਾ ਜਾਵੇ, ਜਾਂ ਬਿਮਾਰੀਆਂ ਦੀ ਮਾਂ ਕਿਹੜੀ ਹੈ, ਉਸ ਬਿਮਾਰੀ ਤੋਂ ਕਿਵੇਂ ਨਿਜਾਤ ਲਈ ਜਾ ਸਕਦੀ ਹੈ, ਛੁਟਕਾਰਾ ਕਿਵੇਂ ਪਾਇਆ ਜਾ ਸਕਦਾ, ਉਹ ਵੀ ਸਭ ਤੋਂ ਵੱਡੀ ਗੱਲ ਕਿ ਕਿਸੇ ਡਾਕਟਰ ਕੋਲ ਜਾਣ ਤੋਂ ਬਗੈਰ ਕਿਵੇਂ ਤੰਦਰੁਸਤ ਰਹੀਏ, ਕਿਵੇਂ ਡਾਕਟਰ ਦਾ ਜਾਂ ਕਿਵੇਂ ਦਵਾਈਆਂ ਦਾ ਖਿਆਲ ਛੁਡਾ ਲਈਏ। ਸੋ ਇਹ ਸਾਰੀਆਂ ਗੱਲਾਂ ਬਾਤਾਂ ਹਰ ਇੱਕ ਵਿਅਕਤੀ ਸੋਚਦਾ ਵੀ ਹੈ, ਖਾਸ ਕਰਕੇ ਜਦੋਂ ਵਿਅਕਤੀ ਦੀ ਜੇਬ ਭਾਰੀ ਨਾ ਹੋਵੇ। ਇੱਥੇ ਤਾਂ ਵੱਡੇ ਵੱਡੇ ਅਮੀਰ ਵਿਅਕਤੀਆਂ ਦਾ ਲੱਕ ਦੂਰਾ ਕਰਕੇ ਰੱਖ ਦਿੰਦੀ ਹੈ ਬਿਮਾਰੀ। ਪਰ ਅੱਜ ਇਸੇ ਲੜੀ ਦੇ ਤਹਿਤ ਅਸੀਂ ਡਾਕਟਰ ਅਰੀਦਮਨ ਸਿੰਘ ਮਾਹਲ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਉਚੇਚੇ ਤੌਰ ਤੇ ਅੱਜ ਉਹ ਅੰਮ੍ਰਿਤਸਰ ਤੋਂ ਜੁੜਨਗੇ। ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਤੇ ਫਿਰ ਬਹੁਤ ਸਾਰੀਆਂ ਉਹ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਕੋਲੋਂ ਅਸੀਂ ਅਕਸਰ ਪੁੱਛਦੇ ਹਾਂ ਤੇ ਤੁਸੀਂ ਸਵਾਲਾਂ ਦੇ ਰੂਪ ਵਿੱਚ ਸਾਡੇ ਕੋਲ ਪੁੱਜਦੀਆਂ ਕਰਦੇ ਹੋ। ਅੱਜ ਆਓ ਸਭ ਤੋਂ ਪਹਿਲਾਂ ਡਾਕਟਰ ਅਰੀਦਮਨ ਮਾਹਲ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ, ਸ਼ੁਕਰੀਆ। ਮੈਨੂੰ ਤੇ ਮੇਰੇ ਵੱਲੋਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਪੇਸ਼ ਕਰਨਾ ਜੀ। ਜੀ ਡਾਕਟਰ ਸਾਹਿਬ, ਹੁਣ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ, ਕਈ ਵਾਰੀ ਸਾਨੂੰ ਇੱਕ ਬਿਮਾਰੀ ਆਉਂਦੀ ਹੈ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹਦੀ ਮਾਂ ਕਿਹੜੀ ਹੈ। ਸਾਰੀਆਂ ਬਿਮਾਰੀਆਂ ਦੀ ਮਾਂ ਕਿਹਨੂੰ ਆਖਿਆ ਜਾ ਸਕਦਾ ਜੀ? ਅਗਰ ਇਹਦਾ ਸਪੈਸੀਫਿਕ ਜਵਾਬ ਦੇਣਾ ਹੋਵੇ ਤੇ ਮੈਂ ਇਹ ਕਹਾਂਗਾ ਕਿ ਮੋਟਾਪਾ ਜਿਹੜਾ ਆ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਰੂਟ ਕਾਜ਼ ਹੈ ਜੀ। ਸੋ ਇਸ ਵੇਲੇ ਦੁਨੀਆ ਦੇ ਵਿੱਚ ਵੀ ਤਹਿਲਕਾ ਮਚਾਇਆ ਹੋਇਆ ਮੋਟਾਪੇ ਨੇ, ਔਰ ਦੂਸਰੇ ਪਾਸੇ ਅਗਰ ਕੋਇਨ ਦਾ ਹਿੱਸਾ ਦੇਖੀਏ ਤਾਂ ਇਹ ਇੱਕ ਬਹੁਤ ਵੱਡਾ ਮਲਟੀ ਮਿਲੀਅਨਸ ਬਿਜ਼ਨਸ ਬਣਿਆ ਹੋਇਆ ਹੈ ਜੀ। ਸੋ ਇਸ ਕਰਕੇ ਜੇ ਅਸੀਂ ਸਾਈਕੋਸੋਮੈਟਿਕ ਫਿਟਨੈਸ ਜਿਹੜੀ ਆ ਉਹਦੇ ਮੱਦੇਨਜ਼ਰ ਅਸੀਂ ਸਾਈਕਿਕ ਫਿਟਨੈਸ ਤੇ ਹੋਣੀ ਚਾਹੀਦੀ ਆ, ਮਨੋਰੋਗਾਂ ਤੋਂ ਮੁਕਤ ਹੋਣਾ ਚਾਹੀਦਾ ਹੈ, ਲੇਕਿਨ ਸੋਮੈਟਿਕ ਫਿਟਨੈਸ ਹੈ ਜਿਹੜੀ ਉਹ ਬਹੁਤ ਹੀ ਜ਼ਰੂਰੀ ਆ ਤਾਂ ਕਿ ਇਹ ਮੋਟਾਪਾ ਆਪਣੇ ਆਪ 'ਚ ਬਿਮਾਰੀ ਹੋਵੇ ਜਾਂ ਨਾ ਹੋਵੇ, ਲੇਕਿਨ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਰੂਟ ਕਾਜ਼ ਆ। ਸੋ ਇਸ ਕਰਕੇ ਸਾਨੂੰ ਇਹਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ ਜੀ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੋਟਾਪੇ ਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ, ਇਹਨੂੰ ਕਿਵੇਂ ਸਮਝਿਆ ਜਾਵੇ ਜੀ? ਕਿਵੇਂ ਸ਼ੁਰੂਆਤ ਹੁੰਦੀ ਹੈ, ਜਾਂ ਕਿਹੜਾ ਬੰਦਾ ਮਹਿਸੂਸ ਕਰੇ ਕਿ ਮੈਨੂੰ ਮੋਟਾਪਾ ਹੈ? ਕਈ ਬੰਦੇ ਕਹਿੰਦੇ ਨੇ ਨਹੀਂ ਮੇਰੀ ਤਾਂ ਫਟੀਗ ਹੀ ਇਸ ਤਰ੍ਹਾਂ ਦੀ ਹੈ, ਸਾਡਾ ਤਾਂ ਪਰਿਵਾਰ ਹੀ ਮੋਟਾ ਹੈ, ਸਾਡੇ ਤਾਂ ਜੀਨ ਜੀ ਇਹੋ ਜਿਹੇ ਨੇ। ਕਿਵੇਂ ਸਮਝਿਆ ਜਾਵੇ ਕਿ ਮੈਂ ਮੋਟਾਪੇ ਦਾ ਸ਼ਿਕਾਰ ਹੋ ਗਿਆ? ਮੋਟਾਪਾ ਅਸਲ 'ਚ ਦੋ ਕਿਸਮ ਦਾ ਹੁੰਦਾ ਹੈ। ਇੱਕ ਪੀਅਰ ਸ਼ੇਪ ਓਬੇਸਿਟੀ ਹੁੰਦੀ ਹੈ ਤੇ ਇੱਕ ਐਪਲ ਸ਼ੇਪ ਓਬੇਸਿਟੀ ਹੁੰਦੀ ਹੈ। ਪੀਅਰ ਸ਼ੇਪ ਓਬੇਸਿਟੀ ਜਿਹੜੀ ਆ ਉਹਦੇ ਵਿੱਚ ਪੇਟ ਜਾਂ ਤੋਂਦ ਜਿਹੜੀ ਆ ਉਹ ਵਧੀ ਹੁੰਦੀ ਹੈ। ਭਾਵ ਇਹ ਕਿ ਸਾਡਾ ਜਿਹੜਾ ਇੰਟੈਸਟਾਈਨਲ ਟ੍ਰੈਕਟ ਆ ਇਹਦਾ ਵੋਲਿਊਮ ਬੜਾ ਵਧਿਆ ਹੁੰਦਾ ਹੈ ਤੇ ਪੇਟ ਤੋਂ ਮੋਟਾਪਾ, ਬਾਕੀ ਉਹਦੇ ਲੋਅਰ ਲਿੰਬਸ, ਲੱਤਾਂ ਬਾਹਾਂ ਨਾਰਮਲ ਹੁੰਦੀਆਂ ਲੇਕਿਨ ਪੇਟ ਵਧਿਆ ਹੁੰਦਾ ਹੈ, ਸ਼ਕਲ ਉਹਦੀ ਪੀਅਰ ਵਰਗੀ ਹੋ ਜਾਂਦੀ ਹੈ, ਉਹਨੂੰ ਪੀਅਰ ਸ਼ੇਪ ਓਬੇਸਿਟੀ ਕਹਿੰਦੇ ਆ। ਦੂਸਰਾ ਹੈਗਾ ਐਪਲ ਸ਼ੇਪ ਓਬੇਸਿਟੀ, ਸਿਰ ਤੋਂ ਲੈ ਕੇ ਪੈਰਾਂ ਤੱਕ ਬੰਦਾ ਫੁੱਲਿਆ ਹੋਇਆ, ਸੁੱਜਿਆ ਹੋਇਆ ਓਬੇਸਿਟੀ ਆ। ਮਤਲਬ ਇਹ ਕਿ ਹਾਈਟ ਵੇਟ ਦੇ ਪ੍ਰਪੋਰਸ਼ਨ ਜਿਹੜੇ ਨਾਰਮਲ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਤੋੜਦਾ ਹੋਇਆ ਵੇਟ ਜ਼ਿਆਦਾ ਹੁੰਦਾ ਆ ਹਾਈਟ ਦੇ ਪ੍ਰਪੋਰਸ਼ਨ। ਸੋ ਉਹ ਮੋਟਾਪਾ ਜਿਹੜਾ ਆ ਉਹ ਬਹੁਤ ਸਾਰੀਆਂ ਹੋਰ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਤੇ ਉਹ ਪੀਅਰ ਸ਼ੇਪ ਓਬੇਸਿਟੀ ਨੂੰ ਅਸੀਂ ਮਾਲ ਫੰਕਸ਼ਨਿੰਗ ਕਹਿ ਦਈਏ ਤੇ ਐਪਲ ਸ਼ੇਪ ਓਬੇਸਿਟੀ ਨੂੰ ਅਸੀਂ ਬਿਮਾਰੀ ਕਹਿ ਸਕਦੇ ਹਾਂ। ਸੋ ਇਹ ਦੋਨਾਂ ਦਾ ਜਿਹੜਾ ਰੂਟ ਕਾਜ਼ ਆ ਉਹ ਹੈਗਾ ਲਾਈਫ ਸਟਾਈਲ। ਅੱਛਾ ਜੀ। ਸਾਡਾ ਆਹਾਰ, ਵਿਹਾਰ, ਵਿਚਾਰ, ਆਚਾਰ ਤੇ ਸੰਚਾਰ, ਇਹ रूट कॉज ने साडी साइकोसोमैटिक फिटनेस दे जी
ਸੋ ਜਦੋਂ ਅਸੀਂ ਓਬੇਸਿਟੀ ਦੀ ਗੱਲ ਕਰਾਂਗੇ ਫਿਰ ਉਸ ਵੇਲੇ ਸਾਡਾ ਜਿਹੜਾ ਆਹਾਰ ਹੈ, ਸਾਡਾ ਖਾਣ ਪਾਣ ਆ ਔਰ ਸਾਡਾ ਦਿਨਚਰਿਆ, ਰੋਜ਼ਮਰਾ ਦੀ ਜ਼ਿੰਦਗੀ, ਸਾਡਾ ਲਾਈਫ ਸਟਾਈਲ, ਇਹ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਆ। ਜਦੋਂ ਅਸੀਂ ਦੋਨੋਂ ਪਾਸੇ ਕੁਤਾਈ ਕਰ ਦਿੰਦੇ ਆ, ਅਸੀਂ ਖਾਣ ਪਾਣ ਦਾ ਖਿਆਲ ਨਹੀਂ ਕਰਦੇ, ਟੇਸਟ ਬਡਸ ਨੂੰ ਪਲੀਜ਼ ਕਰਨ ਦੀ ਕੋਸ਼ਿਸ਼ ਕਰਦੇ ਆ, ਔਰ ਦੂਸਰੇ ਪਾਸੇ ਸਾਡਾ ਦਿਨਚਰਿਆ, ਰੋਜ਼ਮਰਾ, ਸਾਨੂੰ ਈਜ਼ੀ ਜ਼ਿੰਦਗੀ ਜੀਣ ਦਾ ਆਦਤ ਹੋ ਜਾਂਦੀ ਹੈ, ਤੇ ਉਸ ਵੇਲੇ ਫਿਰ ਸਾਡੇ ਅੰਦਰ ਡਿਪੋਜ਼ਿਟਸ ਇਕੱਠੇ ਹੋ ਜਾਂਦੇ ਆ। ਉਹ ਡਿਪੋਜ਼ਿਟਸ ਨੇ ਜਿਹੜੇ, ਉਹ ਸਾਡਾ ਮਸਲ ਮਾਸ ਵੀ ਹੁੰਦਾ ਆ। ਮਸਲ ਮਾਸ ਦੇ ਵਿੱਚ ਫੈਟ ਜਮਾ ਹੋਣੀ, ਪਾਣੀ ਜਮਾ ਹੋਣਾ, ਹਵਾ ਜਮਾ ਹੋਣੀ, ਸੋ ਉਹ ਟੋਟਲ ਵੋਲੀਅਮ ਜਿਹੜਾ ਬਾਡੀ ਦਾ ਉਹਦੇ ਨਾਲ ਵੱਧਦਾ ਹੈ, ਜਿਹਨੂੰ ਅਸੀਂ ਓਬੇਸਿਟੀ ਕਹਿੰਦੇ। ਅੱਛਾ ਡਾਕਟਰ ਸਾਹਿਬ, ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਿਉਂ ਮੋਟਾਪਾ ਹੁੰਦਾ, ਕਿਹਨੂੰ ਮੋਟਾਪਾ ਅਸੀਂ ਕਹਿੰਦੇ ਆ, ਬਹੁਤ ਸਾਰੇ ਬੰਦੇ ਦੇਖਿਆ ਉਹ ਕਹਿੰਦੇ ਨੇ ਜੀ ਸਿਰਫ ਮੈਂ ਜਿਮ ਜੁਆਇਨ ਕਰ ਲਿਆ ਤੇ ਹੁਣ ਮੋਟਾਪਾ ਤੋਂ ਮੈਂ ਛੁਟਕਾਰਾ ਪਾ ਲਾਂਗਾ। ਪਰ ਕਈ ਵਾਰੀ ਜਦੋਂ ਜਿਮਨੇਜ਼ੀਅਮ ਜਾਂਦੇ ਆ, ਜਿਮ ਜਾਂਦੇ ਆ, ਸਭ ਤੋਂ ਨੇੜੇ ਦੀ ਪਾਰਕਿੰਗ ਲੱਭਦੇ 15-20 ਮਿੰਟ ਪਾਰਕਿੰਗ 'ਚ ਗੱਡੀ ਘੁਮਾਉਂਦੇ ਫਿਰਦੇ ਆ ਕਿ ਸਭ ਤੋਂ ਨੇੜੇ ਵਾਲੀ ਪਾਰਕਿੰਗ ਮੈਨੂੰ ਮਿਲੇ, ਫਿਰ ਮੈਂ ਜਿਮ ਦੇ ਅੰਦਰ ਜਾਣਾ। ਮੈਨੂੰ ਇਹ ਦੱਸਿਓ ਕਿ ਜੇਕਰ ਕਿਸੇ ਬੰਦੇ ਨੇ ਜਿਮ ਲੈ ਲਿਆ, ਕਿ ਫਿਰ ਉਹ ਮਗੇਰੀ ਲਾਲ ਵਾਲਾ ਸੁਪਨਾ ਤਾਂ ਨਹੀਂ ਕਿ ਹੁਣ ਮੈਨੂੰ ਮੋਟਾਪਾ ਕੁਛ ਨਹੀਂ ਕਹਿੰਦਾ, ਹੁਣ ਮੈਂ ਮੋਟਾਪਾ ਭਜਾ ਦੇਣਾ। ਕੀ ਸਿਰਫ ਜਿਮ ਲੈਣ ਨਾਲ ਮੋਟਾਪਾ ਦੂਰ ਕੀਤਾ ਜਾ ਸਕਦਾ ਹੈ, ਜਾਂ ਕਿਸੇ ਡਾਕਟਰ ਦੀਆਂ ਦਵਾਈਆਂ ਖਾਣ ਨਾਲ ਮੋਟਾਪਾ ਦੂਰ ਕੀਤੀ ਜਾ ਸਕਦਾ ਹੈ, ਜਾਂ ਇਹਦੇ ਵਾਸਤੇ ਕੁਝ ਸਾਨੂੰ ਹੋਰ ਵੀ ਕਰਨਾ ਪਊਗਾ? ਇਸ ਸਾਰੇ ਕੁਝ ਦੀ ਜ਼ਰੂਰਤ ਹੈ ਜੀ। ਜਿਮ ਜੁਆਇਨ ਕਰਨਾ, ਜਾਂ ਕਿਉਂਕਿ ਤੁਹਾਡੇ ਕੋਲ ਕਲਾਈਮੇਟਿਕ ਐਡਵਰਸਿਟੀਜ਼ ਹੁੰਦੀਆਂ, ਇਸ ਕਰਕੇ ਜਿਮ ਦਾ ਸਹਾਰਾ ਲਿਆ ਜਾਂਦਾ ਹੈ ਕਿ ਕੰਟਰੋਲਡ ਟੈਂਪਰੇਚਰ ਦੇ ਤਹਿਤ ਤੁਸੀਂ ਆਪਣੀ ਐਕਸਰਸਾਈਜ਼ ਕਰ ਸਕਦੇ ਹੋ। ਲੇਕਿਨ ਜਿੱਥੇ ਕਿਤੇ ਹਾਲਾਤ ਚੰਗੇ ਹੁੰਦੇ ਆ, ਉੱਥੇ ਫਿਜ਼ੀਕਲ ਐਕਸਰਸ਼ਨ ਵਾਸਤੇ ਵਾਕ ਵੀ ਹੋ ਸਕਦੀ, ਸਾਈਕਲਿੰਗ ਵੀ ਹੋ ਸਕਦੀ, ਸਵਿਮਿੰਗ ਵੀ ਹੋ ਸਕਦੀਆਂ, ਕੈਲਿਸਥੈਨਿਕਸ ਵੀ ਹੋ ਸਕਦੀਆਂ, ਯੋਗਾ ਵੀ ਹੋ ਸਕਦਾ ਹੈ। ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਫਿਜ਼ੀਕਲ ਫਿਟਨੈਸ ਜਿਹੜੀ ਹੈ ਉਹ ਇੱਕ ਚੰਗੀ ਗੱਲ ਹੈ। ਔਰ ਦੂਸਰੇ ਪਾਸੇ ਮੈਂ ਜਿਹੜਾ ਆਊਟਰਾਈਟਲੀ ਰਿਜੈਕਟ ਕਰਦਾ ਹਾਂ ਕਿ ਗੋਲੀਆਂ, ਦਵਾਈਆਂ ਜਾਂ ਕੈਪਸੂਲ ਖਾ ਕੇ ਤੁਸੀਂ ਆਪਣਾ ਮੋਟਾਪਾ ਕਰਟੇਲ ਕਰਨਾ ਚਾਹੁੰਦੇ ਹੋ, ਮੋਟਾਪੇ ਨੂੰ ਮਾਤ ਪਾਉਣੀ ਦੇਣੀ ਚਾਹੁੰਦੇ ਹੋ, ਉਹਦੇ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਹੈ। ਇਹਦੇ ਵਿੱਚ ਮੈਂ ਇਹ ਕਰਾਂਗਾ ਕਿ ਆਹਾਰ, ਤੁਹਾਡਾ ਖਾਣਾ ਪੀਣਾ, ਤੇ ਦੂਸਰੇ ਪਾਸੇ ਤੁਹਾਡਾ ਦਿਨਚਰਿਆ, ਇਹ ਦੋ ਚੀਜ਼ਾਂ ਦੇ ਉੱਤੇ ਅਸੀਂ ਫੋਕਸ ਕਰ ਲਈਏ ਤੇ ਅਸੀਂ ਖਾਮਖਾ ਦਾ weight in shape of fat, in shape of retention of water and wind, ਇਹਦੇ ਤੋਂ ਅਸੀਂ ਬਚ ਸਕਦੇ ਹਾਂ। ਸੋ ਭੋਜਨ ਦੇ ਵਿੱਚ ਕਿਹੜੀਆਂ ਚੀਜ਼ਾਂ ਆ? ਇੱਕ ਤੇ ਕੈਲੋਰਿਕ ਵੈਲਿਊ ਆ, ਨਾਮ ਸਾਨੂੰ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ 2000 ਕੈਲੋਰੀ ਦੀ ਜ਼ਰੂਰਤ ਹੁੰਦੀ ਹੈ, ਜਿਹੜੀ ਕਿ ਸਾਨੂੰ ਨਾਰਮਲ ਹਲਕੇ ਫੁਲਕੇ ਖਾਣੇ ਦੇ ਵਿੱਚ ਅਵੇਲੇਬਲ ਹੈ ਜੀ, ਜਿੰਨੇ ਸਾਡੀ ਬਾਡੀ ਦੀ ਸਿਸਟੈਮਿਕ ਫੰਕਸ਼ਨਿੰਗ ਕਰਨੀ ਹੈ ਜੀ। ਲੇਕਿਨ ਅਸੀਂ 2000 ਕੈਲੋਰੀ ਦੀ ਬਜਾਏ ਟੇਸਟ ਬਡਸ ਨੂੰ ਪਲੀਜ਼ ਕਰਨ ਵਾਸਤੇ, ਸਵਾਦ ਦੇ ਵਿੱਚ, ਮਜ਼ੇ ਦੇ ਵਿੱਚ ਕੰਪਨੀ ਆਨੰਦ ਕਰਨ ਵਾਸਤੇ 4000 5000 6000 ਕੈਲੋਰੀਜ਼ ਵੀ ਲੈ ਲੈਨੇ ਆ। ਉਹ ਸਾਡੇ ਅੰਦਰ ਜਿਹੜਾ ਡਿਪੋਜ਼ਿਟ ਹੁੰਦਾ ਹੈ ਇਨ ਸ਼ੇਪ ਆਫ ਫੈਟਸ, ਜਾਂ ਬਹੁਤ ਵਾਰੀ ਐਕਸੈਸ ਕਾਰਬੋਹਾਈਡਰੇਟਸ ਵੀ ਫੈਟਸ ਕਨਵਰਟ ਹੋ ਜਾਂਦੇ ਆ, ਉਹ ਸਾਡੇ ਵਾਸਤੇ ਹਾਨੀਕਾਰਕ ਹੁੰਦੇ ਆ ਜੀ। ਜੇ ਅਸੀਂ ਫਿਜ਼ੀਕਲ ਐਕਸਰਸ਼ਨ ਕਰਦੇ ਵੀ ਹਾਂ, ਜੇ ਤੁਸੀਂ 6 ਕਿਲੋਮੀਟਰ ਸਵੇਰੇ ਵਾਕ ਕਰਦੇ ਹੋ, 6 ਕਿਲੋਮੀਟਰ ਸ਼ਾਮੀ ਵਾਕ ਕਰਦੇ ਹੋ, ਤੇ ਅੰਦਾਜ਼ਨ ਤੁਹਾਡੀਆਂ 600 ਤੋਂ 700 ਕੈਲੋਰੀਜ਼ ਬਰਨ ਹੋ ਜਾਂਦੀਆਂ। ਤੇ ਮੈਂ ਇੱਥੇ ਦੱਸਦਾ ਜਾਵਾਂ ਕਿ ਇੱਕ ਕੈਲੋਰੀ ਦੀ ਐਕਚੁਅਲ ਵੈਲਿਊ ਕਿੰਨੀ ਹੈ, ਤਾਕਤ ਕਿੰਨੀ ਹੈ। ਇੱਕ ਕੈਲੋਰੀ ਜਿਹੜੀ ਆ ਉਹ 1 ਗ੍ਰਾਮ ਪਾਣੀ ਨੂੰ 1 ਡਿਗਰੀ ਸੈਂਟੀਗ੍ਰੇਡ ਤੱਕ ਗਰਮ ਕਰਨ ਦੇ ਕਾਬਿਲ ਹੁੰਦੀ ਹੈ। ਇਹ ਉਹਦੀ ਤਾਕਤ ਹੈ ਜੀ। ਸੋ 2000 ਦੀ ਬਜਾਏ ਜੇ ਤੁਸੀਂ 6000 ਕੈਲੋਰੀਜ਼ ਲੈ ਰਹੇ ਹੋ, ਤੇ ਉਹ 4000 ਜਿਹੜਾ ਐਕਸੈਸ ਫੂਡ ਖਾ ਰਹੇ ਹੋ, ਉਹਨੇ ਕਿਸੇ ਨਾ ਕਿਸੇ ਤਰੀਕੇ ਅੰਦਰ ਤੁਹਾਡੇ ਡਿਪੋਜ਼ਿਟ ਹੋਣਾ ਹੈ। ਸੋ ਇਹ ਤਾਂ ਹੈਗਾ ਐਕਸੈਸ ਕੈਲੋਰੀਜ਼ ਦਾ, ਜ਼ਿਆਦਾ ਰੋਟੀ ਖਾਣ ਦਾ, ਜ਼ਿਆਦਾ ਭੋਜਨ ਲੈਣ ਦਾ। ਲੇਕਿਨ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਕਸਰ ਡਿਸਕਸ ਨਹੀਂ ਹੁੰਦੀਆਂ, ਉਹ ਹੈਗੀ ਆ ਕਿ ਭੋਜਨ ਕਿਹੋ ਜਿਹਾ। ਮੈਂ ਇੱਥੇ ਦੱਸਦਾ ਜਾਵਾਂ ਕਿ ਇੱਕ ਕੁਦਰਤੀ ਸਿਧਾਂਤ ਹੈਗਾ, ਰਸ ਗੁਣ ਵੀਰਿਆ ਵਿਪਾਕ ਤੇ ਕਰਮ। ਜੋ ਵੀ ਅਸੀਂ ਖਾਣੇ ਜਾਂ ਪੀਨੇ ਆ, ਉਹਦਾ ਸਵਾਦ, ਉਹਦਾ ਰੰਗ, ਉਹਦੀ ਖੁਸ਼ਬੂ, ਉਹਦੀ ਨਿਊਟ੍ਰੀਸ਼ਨਲ ਵੈਲਿਊ, ਔਰ ਸਭ ਤੋਂ ਵੱਧ
ਜਿਹਨੂੰ ਅਜੇ ਪੱਛਮ ਨੇ ਸਿੱਖਣਾ ਹੈ, ਉਹ ਹੈਗੀ ਤਸੀਰ ਦੀ ਵੈਲਿਊ। ਜੀ। ਅਸੀਂ ਬਹੁਤ ਸਾਰੇ ਭੋਜਨ ਉਹ ਲੈਂਦੇ ਆ ਜਿਹੜੇ ਸਾਡੇ ਸਰੀਰ ਦੇ ਅੰਦਰ ਫਲਾਵਟ ਕਰਦੇ ਆ। ਜਦੋਂ ਅਸੀਂ ਓਬੇਸਿਟੀ ਦੀ ਮੈਨੇਜਮੈਂਟ ਕਰਨੀ ਆ ਜੀ, ਉਹਦੇ ਵਿੱਚ ਫਿਜ਼ੀਕਲ ਐਗਜ਼ਰਸ਼ਨ ਕਰਨੀ, ਜਿਮ ਕਰਨਾ ਤਾਂ ਚੰਗੀ ਗੱਲ ਹੈ, ਕਰਨਾ ਹੀ ਚਾਹੀਦਾ ਹੈ। ਪਰ ਉਹਦੇ ਨਾਲ ਜਿਹੜੇ ਸਾਡੇ ਸਰੀਰ ਦੇ ਅੰਦਰ ਫਲਾਵਟ ਪੈਦਾ ਕਰਦੇ ਆ, ਮੋਟਾਪਾ ਕਰਦੇ ਆ, ਵਾਟਰ ਰਿਟੈਂਸ਼ਨ ਨੂੰ ਫੈਸਿਲਿਟੇਟ ਕਰਦੇ ਆ, ਅੰਦਰ ਫੈਟ ਡਿਪੋਜ਼ਿਟ ਕਰਦੇ, ਕੈਲੋਰੀਜ਼ ਘਟਾ ਲਈਆਂ, ਉਹ ਤਸੀਰ ਦੇ ਲਈ ਜਿਹੜੇ ਭੋਜਨ ਜ਼ਿੰਮੇਵਾਰ ਨੇ ਉਹਨਾਂ ਦਾ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ। ਮੋਸਟ ਨਿਊਟ੍ਰੀਸ਼ੀਅਸ ਕੇਲਾ। ਅੱਛਾ। ਜਦੋਂ ਅਸੀਂ ਨਿਊਟ੍ਰੀਸ਼ਨ ਦੀ ਗੱਲ ਕਰਾਂਗੇ ਉਸ ਵੇਲੇ ਉਹ ਬਹੁਤ ਹੀ ਲਾਭਕਾਰੀ ਹੈ। ਅੱਛਾ ਜੀ। ਪਰ ਜਦੋਂ ਅਸੀਂ ਮੋਟਾਪੇ ਦੀ ਮੈਨੇਜਮੈਂਟ ਕਰਨੀ ਆ ਉਸ ਵੇਲੇ ਕੇਲਾ ਬੰਦ ਕਰ ਦਿਓ। ਸ਼ਾਇਦ ਮੈਂ ਹਰ ਕਿਸੇ ਨੂੰ ਸਵੇਰੇ ਖਾਲੀ ਪੇਟ ਸ਼ਹਿਦ ਤੇ ਨਿੰਬੂ ਲੈਣ ਵਾਸਤੇ ਕਹਿਣਾ ਹੈ, ਪਰ ਜਦੋਂ ਅਸੀਂ ਮੋਟਾਪੇ ਦੀ ਮੈਨੇਜਮੈਂਟ ਕਰਨੀ ਆ ਉਹਨੂੰ ਨਿੰਬੂ ਦੇ ਨਾਲ ਤੇ ਲੈ ਲਓਗੇ ਤੁਸੀਂ, ਲੇਕਿਨ ਇਕੱਲਾ ਸ਼ਹਿਦ ਨਹੀਂ ਲਓਗੇ। ਉਹ ਸਰੀਰ ਦੇ ਅੰਦਰ ਫਲਾਵਟ ਕਰਦਾ ਹੈ, ਮੋਟਾਪਾ ਕਰਦਾ ਹੈ ਜੀ। ਫੈਟ ਤੇ ਇੱਕ ਚੀਜ਼ ਹੈ, ਭੋਜਨ ਨੇ ਤੁਹਾਡੇ ਅੰਦਰ ਫੈਟ ਡਿਪੋਜ਼ਿਟ ਕਰ ਲਈ, ਜ਼ਿਆਦਾ ਕੈਲੋਰੀਜ਼ ਲੈ ਗਈਆਂ, ਕਾਰਬੋਹਾਈਡਰੇਟਸ ਵੀ ਫੈਟ 'ਚ ਕਨਵਰਟ ਹੋ ਗਏ, ਉਹ ਤਾਂ ਇੱਕ ਗੱਲ ਹੈ। ਹਵਾ ਤੇ ਪਾਣੀ ਦੇ ਲਈ ਜ਼ਿੰਮੇਵਾਰ ਉਹਦੇ ਵਿੱਚ ਕੇਲਾ ਵੀ ਆ, ਉਹਦੇ 'ਚ ਅੰਬ ਵੀ ਆ, ਉਹਦੇ 'ਚ ਦਹੀਂ ਵੀ ਆ, ਉਹਦੇ 'ਚ ਸ਼ਹਿਦ ਵੀ ਆ। ਇਹ ਸਾਰੀਆਂ ਚੀਜ਼ਾਂ ਬੜੀਆਂ ਨਿਊਟ੍ਰੀਸ਼ੀਅਸ ਨੇ, ਲੇਕਿਨ ਇਹਦੀ ਜਿਹੜੀ ਤਸੀਰ ਹੈ ਜਿਹਦੇ ਬਾਰੇ ਪੱਛਮ ਨੇ ਅਜੇ ਪੂਰਬ ਕੋਲੋਂ ਬਹੁਤ ਕੁਝ ਸਿੱਖਣਾ ਹੈ ਜੀ। ਉਹ ਤਸੀਰ ਪੁਆਇੰਟ ਆਫ ਵਿਊ ਦੇ ਨਾਲ ਇਹ ਸਾਡੇ ਸਰੀਰ ਦੇ ਵਿੱਚ ਫਲਾਵਟ ਪੈਦਾ ਕਰਦੇ ਆ, ਮੋਟਾਪਾ ਪੈਦਾ ਕਰਦੇ ਆ, ਕੰਜੈਸ਼ਨ, ਭੀੜ ਪਾਉਂਦਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਵਰਜਿਤ ਰਹਿਣਾ ਹੁੰਦਾ ਜੀ। ਜੀ। ਅੱਛਾ, ਮੈਨੂੰ ਹੁਣ ਇਹ ਦੱਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਖਾਣਾ, ਆਹਾਰ ਇਹ ਬਹੁਤ ਜ਼ਰੂਰੀ ਆ, ਅਸੀਂ ਖਾਂਦੇ ਕੀ ਆ, ਪਚਾਉਂਦੇ ਕੀ ਆ, ਤੇ ਉਹਨੂੰ ਖਾਂਦੇ ਕਿਹੜੇ ਸਮੇਂ ਆ? ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਵੇਰੇ ਉੱਠਣ ਸਾਰੀ ਜੇਕਰ ਸ਼ਹਿਦ ਅਤੇ ਨਿੰਬੂ ਲਵਾਂਗੇ ਜਾਂ ਇਕੱਲਾ ਸ਼ਹਿਦ ਲਵਾਂਗੇ ਉਹ ਮੋਟਾਪੇ ਦਾ ਕਾਰਨ ਬਣੇਗਾ, ਕਿਉਂਕਿ ਰਸੋਈ ਦਰਅਸਲ ਤੁਹਾਡਾ ਡਾਕਟਰ ਹੈ। ਤੁਸੀਂ ਜੋ ਖਾਂਦੇ ਹੋ, ਕਿਉਂਕਿ ਕੋਈ ਇਹ ਕੂੜੇਦਾਨ ਤਾਂ ਹੈ ਨਹੀਂ ਕਿ ਜੋ ਚਿੱਤ ਕੀਤਾ ਖਾਈ ਗਏ। ਅਸਲ ਦੇ ਵਿੱਚ ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਗੋਲੀਆਂ ਦਵਾਈਆਂ ਲੈਣੀਆਂ ਤੁਸੀਂ ਬਿਲਕੁਲ ਰਿਕਮੈਂਡ ਨਹੀਂ ਕਰਦੇ, ਪਰ ਇੱਕ ਆਪਾਂ ਇਹਦੇ ਤੋਂ ਪਹਿਲਾਂ ਕਿ ਕੀ ਖਾਈਏ, ਕਿਵੇਂ ਮੋਟਾਪੇ ਤੋਂ ਛੁਟਕਾਰਾ ਪਾਈਏ, ਮੈਨੂੰ ਇਹ ਦੱਸਿਓ। ਜੇਕਰ ਮੋਟਾਪਾ ਕਿਸੇ ਵਿਅਕਤੀ ਨੂੰ ਹੋ ਗਿਆ ਜਾਂ ਮੋਟਾਪਾ ਹੋ ਰਿਹਾ, ਬਹੁਤ ਸਾਰੇ ਲੋਕ ਨੇ ਉਹਨਾਂ ਦੇ ਗੋਡੇ ਦੁਖਦੇ ਰਹਿੰਦੇ ਨੇ, ਗਿੱਟੇ ਦੁਖਦੇ ਰਹਿੰਦੇ ਨੇ, ਇਹ ਦੱਸਿਓ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਇਹ ਸੱਦਾ ਆਪਣੇ ਆਪ ਦਿੰਦਾ ਰਹਿੰਦਾ ਕਿ ਆ ਜਾ ਭਾਈ, ਆਪਾਂ ਇੱਕ ਮਕਾਨ ਕਿਰਾਏ ਤੇ ਲੈ ਲਿਆ ਜਾਂ ਪੱਕਾ ਹੀ ਲੈ ਲਿਆ, ਉੱਥੇ ਆਪਾਂ ਸਾਰੇ ਮਿਲ ਬੈਠ ਕੇ ਗੁਜ਼ਾਰਾ ਕਰਿਆ ਕਰਾਂਗੇ, ਰੋਜ਼ ਮਹਿਫਲ ਲਾਇਆ ਕਰਾਂਗੇ। ਕਿਹਨੂੰ ਕਿਹਨੂੰ ਸੱਦ ਲੈਂਦਾ ਜੀ ਮੋਟਾਪਾ? ਕਿਹੜੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ? ਵੇਖੋ, ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ। ਮੋਟਾਪੇ ਦੇ ਕਰਕੇ ਪਹਿਲੀ ਬਿਮਾਰੀ ਜਿਹੜੀ ਤੁਹਾਡੇ ਕੋਲ ਆਉਂਦੀ ਆ ਉਹ ਹੈਗੀ ਆ ਹਾਈ ਬਲੱਡ ਪ੍ਰੈਸ਼ਰ, ਤੇ ਸਰੀਰ ਦੇ ਅੰਦਰ ਕੋਲੇਸਟ੍ਰੋਲ ਦਾ ਡਿਪੋਜ਼ਿਟ ਹੋ ਕੇ ਸਾਡੀਆਂ ਜਿਹੜੀਆਂ ਖੂਨ ਦੀਆਂ ਧਮਨੀਆਂ ਆ ਉਹਨਾਂ ਦੇ ਵਿੱਚ ਫੈਟ ਡਿਪੋਜ਼ਿਟ ਹੋ ਕੇ ਕੰਜੈਸ਼ਨ ਜਾਂ ਭੀੜ ਪੈਂਦੀ ਹੈ, ਜਿਹਦੇ ਕਰਕੇ ਸਾਡੇ ਹਾਰਟ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ, ਜਿਹਦੇ ਕਰਕੇ ਇਹ ਮੋਟਾਪਾ ਫੈਟਲ ਪ੍ਰੂਫ ਹੁੰਦਾ ਹੈ। ਸੋ ਇਸ ਕਰਕੇ ਬਲੱਡ ਪ੍ਰੈਸ਼ਰ ਤੇ ਹਾਰਟ ਨਾਲ ਸੰਬੰਧਿਤ ਪ੍ਰੋਬਲਮਸ ਇਹਦੇ ਨਾਲ ਆਉਂਦੀਆਂ ਨੇ। ਨੰਬਰ 2, ਡਾਇਬੀਟੀਜ਼ ਜੀ। ਇਸ ਵੇਲੇ ਦੁਨੀਆ ਭਰ ਦੇ ਵਿੱਚ ਡਾਇਬੀਟੀਜ਼ ਨੇ ਤਹਿਲਕਾ ਮਚਾਇਆ ਹੋਇਆ ਹੈ। ਸਾਨੂੰ ਬੜਾ ਹੀ ਉਚੇਚਾ ਧਿਆਨ ਕਰਨ ਦੀ ਜ਼ਰੂਰਤ ਆ। ਉਹਦਾ ਰੂਟ ਕਾਜ਼ ਵੀ ਓਵਰ ਈਟਿੰਗ ਹੈ, ਈਜ਼ੀ ਲਾਈਫ ਸਟਾਈਲ ਆ, weight ਵਧਣਾ ਆ, ਜਿਹਦੇ ਨਾਲ ਸਾਡੀ ਐਬਡੋਮੀਨਲ ਕੈਵਿਟੀ ਦੇ ਵਿੱਚ ਕੰਜੈਸ਼ਨ ਹੁੰਦਾ, ਭੀੜ ਪੈਂਦੀ ਆ, ਸਾਡੇ ਪੈਨਕ੍ਰੀਆਸ ਦੱਬੇ ਜਾਂਦੇ ਆ, ਜਿਹਦੇ ਕਰਕੇ ਡਾਇਬੀਟੀਜ਼ ਹੋਣ ਦੇ ਚਾਂਸਸ ਰਹਿੰਦੇ ਆ। ਸੋ ਇਸ ਕਰਕੇ ਦੂਸਰੇ ਨੰਬਰ ਤੇ ਡਾਇਬੀਟੀਜ਼ ਜੀ। ਸੋ ਇਹ ਬਲੱਡ ਪ੍ਰੈਸ਼ਰ ਵਧਿਆ ਰਹਿਣਾ ਜਾਂ ਦਿਲ ਨਾਲ ਸੰਬੰਧਿਤ ਬਿਮਾਰੀਆਂ ਤੇ ਡਾਇਬੀਟੀਜ਼, ਇਹ ਜੇ ਕਿਤੇ ਆ ਗਈਆਂ ਤੇ ਫਿਰ ਇਹ ਕਹਾਣੀ ਕਰ ਦਿੰਦੀਆਂ ਹੈ। ਸੋ ਇਸ ਕਰਕੇ ਸਾਨੂੰ ਹੁਣ ਤੋਂ ਹੀ ਵਿਜੀਲੈਂਟ ਰਹਿਣਾ ਪੈਣਾ ਕਿ ਇਹ ਦੋ ਬਿਮਾਰੀਆਂ, ਖਾਸ ਕਰਕੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਆਲਰੇਡੀ ਐਗਜ਼ਿਸਟ ਕਰਦੀਆਂ,
ਸਾਨੂੰ ਉਚੇਚਾ ਧਿਆਨ ਦੇਣਾ ਪਏਗਾ ਕਿ ਸਾਡੇ 'ਚ ਤੇ ਅੱਗੇ ਸਾਡੇ ਬੱਚਿਆਂ 'ਚ ਇਹ ਚੀਜ਼ਾਂ ਨਾ ਆਉਣ। ਉਸ ਤੋਂ ਬਾਅਦ ਇਨਫਰਟੀਲਿਟੀ, ਔਰਤਾਂ ਦੇ ਵਿੱਚ ਮੋਟਾਪਾ ਜਿਹੜਾ ਆ ਉਹ ਇਨਫਰਟੀਲਿਟੀ ਦਾ ਕਾਰਨ ਬੱਚਾ ਪੈਦਾ ਕਰਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ। ਇਸੇ ਤਰੀਕੇ ਦੇ ਨਾਲ ਮੇਲਸ ਦੇ ਵਿੱਚ ਵੀ ਖਾਮਖਾ ਦੀ ਜਿਹੜੀ ਓਬੇਸਿਟੀ ਆ ਉਹ ਸਾਨੂੰ ਬਹੁਤ ਸਾਰੀ ਜਿਹੜੀ ਇਨਫਰਟੀਲਿਟੀ ਆ ਉਹਦਾ ਕਾਜ਼ ਬਣਦੀ ਹੈ ਜੀ। ਜ਼ਿਆਦਾ ਭਾਰ ਹੋਣ ਦੇ ਨਾਲ ਭਾਰ ਦੇ ਗੋਡਿਆਂ ਤੇ ਪੈਣਾ ਆ, ਫਿਰ ਬਹੁਤ ਵਾਰੀ weight bearing joints ਨੇ ਜਿਹੜੇ ਉੱਥੇ ਆਰਥਰਾਈਟਿਕ ਚੇਂजेस ਆ ਜਾਂਦੀਆਂ, ਫਿਰ ਗੋਡੇ ਗਿੱਟੇ ਰਹਿ ਜਾਂਦੇ ਆ। ਸੋ ਇਸ ਕਰਕੇ ਇਹ ਮੋਟੀਆਂ ਚੀਜ਼ਾਂ ਨੇ, ਔਰ ਜਿੰਨੀਆਂ ਵੀ ਮੈਟਾਬੋਲਿਕ ਡਿਸਆਰਡਰਸ ਨੇ ਜੀ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਮੋਟਾਪੇ ਕਰਕੇ ਆ ਜਾਂਦੇ ਆ। ਸੋ ਸਾਨੂੰ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸਾਡੇ ਹਾਰਟ ਨੂੰ, ਬਲੱਡ ਪ੍ਰੈਸ਼ਰ ਨੂੰ, ਜਿਹੜੀ ਸਾਡੀ ਔਲਾਦ ਪੈਦਾ ਕਰਨ ਦੇ ਵਿੱਚ, ਜਿਹੜੀਆਂ ਡਾਇਬੀਟੀਜ਼ ਔਰ ਸਾਡੇ ਕੋਲ ਓਸਟੀਓਆਰਥਰਾਈਟਿਸ, ਬੀਰਿੰਗ ਜੁਆਇੰਟਸ ਲਈ, ਇਹ ਸਾਰੀਆਂ ਚੀਜ਼ਾਂ ਦਾ ਇਹ ਜਨਮਦਾਤਾ ਆ। ਉਸ ਤੋਂ ਇਲਾਵਾ ਬਹੁਤ ਸਾਰੀਆਂ ਉਹ ਅਨਨੋਨ ਬਿਮਾਰੀਆਂ ਨੇ ਜਿਹੜੀਆਂ ਹੁੰਦਾ ਪਤਾ ਉਦੋਂ ਲੱਗਦਾ ਹੈ। ਸੋ ਇਸ ਕਰਕੇ ਈਜ਼ੀ ਲਾਈਫ ਸਟਾਈਲ ਨਹੀਂ ਹੋਣਾ ਚਾਹੀਦਾ। ਰੋਜ਼ਮਰਾ ਫਿਜ਼ੀਕਲ ਐਗਜ਼ਰਸ਼ਨ ਹੋਣੀ ਚਾਹੀਦੀ ਆ। ਖੁਰਾਕ ਖਾਣ ਲੱਗਿਆਂ ਸਾਨੂੰ ਕੈਲਕੂਲੇਟਡ ਖੁਰਾਕ ਖਾਣੀ ਚਾਹੀਦੀ ਹੈ। ਇਹੋ ਜਿਹੀ ਖੁਰਾਕ ਨਹੀਂ ਖਾਣੀ ਚਾਹੀਦੀ ਜਿਹੜੀ ਕਿ ਤੁਹਾਡੇ ਅੰਦਰ ਫੈਟ ਡਿਪੋਜ਼ਿਟ ਕਰੇ ਔਰ ਜਿਹੜੀ ਕਿ ਬਹੁਤ ਹਾਨੀਕਾਰਕ ਹੋ ਜਾਂਦੀ ਹੈ, ਜਿਹੜੀ ਕਿ ਸਾਨੂੰ ਫਿਰ ਲੇਟਰ ਸਟੇਜ ਦੇ ਉੱਪਰ ਬਹੁਤ ਸਾਰੇ ਅਸੀਂ ਦੇਖਿਆ ਵੈਸਟਰਨ ਕਲਚਰ 'ਚ, ਆਪਣੇ ਭਾਈਚਾਰੇ 'ਚ ਸਾਰੀ ਉਮਰ ਤੁਹਾਨੂੰ ਕੋਲੇਸਟ੍ਰੋਲ ਦੀ ਗੋਲੀ ਖਾਣੀ ਪੈਂਦੀ ਹੈ, ਸਾਰੀ ਉਮਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਖਾਣੀ ਪੈਂਦੀ ਹੈ, ਸਾਰੀ ਉਮਰ ਤੁਹਾਨੂੰ ਹੋਰ ਇਹ ਜਿਹੀਆਂ ਲਾਈਫ ਲੌਂਗ ਜਿਹੜੀਆਂ ਮੈਡੀਸਿਨਸ ਨੇ ਲੈਣੀਆਂ ਪੈਂਦੀਆਂ। ਉਹਨਾਂ ਤੋਂ ਬਚਣਾ ਤਾਂ ਸਾਡਾ ਫਰਜ਼ ਆਪਣਾ ਹੀ ਹੈ। ਡਾਕਟਰ ਸਾਹਿਬ, ਤੁਸੀਂ ਕੈਲਕੂਲੇਟਡ ਗੱਲ ਕੀਤੀ ਹੈ ਖਾਣੇ ਦੀ, ਫੈਟ ਦੀ। ਮੈਨੂੰ ਇਹ ਦੱਸਿਓ ਕਿ ਕੈਲਕੂਲੇਟਡ ਖਾਣੇ ਤੋਂ ਕੀ ਭਾਵ ਹੈ? ਕਿਉਂਕਿ ਆਪਾਂ ਜਦੋਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਮੋਟਾਪਾ ਹੋ ਗਿਆ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਦੇ ਹੋ, ਉਹਨਾਂ ਨਾਲ ਗੱਲ ਕਦੇ ਕਰਕੇ ਦੇਖੋ, ਨਹੀਂ ਸਾਡੇ ਤਾਂ ਜੀ ਮੰਮੀ ਵੀ ਭਾਰੇ ਸੀ, ਡੈਡੀ ਵੀ ਭਾਰੇ ਸੀ, ਸਾਡਾ ਦਾਦਾ ਵੀ ਭਾਰਾ ਸੀ, ਦਾਦੀ ਵੀ ਭਾਰੀ ਸੀ, ਮੈਨੂੰ ਤਾਂ ਮੋਟਾਪਾ ਹੋ ਗਿਆ। ਖਾਣ ਪੀਣ ਦਾ ਮੇਰਾ ਬਹੁਤ ਖਿਆਲ ਹੈ, ਐਕਸਰਸਾਈਜ਼ ਤੇ ਸਾਨੂੰ ਲੋੜ ਹੀ ਨਹੀਂ ਪੈਂਦੀ, ਜੇ ਅਸੀਂ ਕਰੀ ਵੀ ਜੇ ਤਾਂ ਵੀ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ। ਕਿਉਂਕਿ ਜਦੋਂ ਬੰਦੇ ਨੂੰ ਮੋਟਾਪਾ ਹੋ ਜਾਏ 100 ਤਰ੍ਹਾਂ ਦੇ ਬਹਾਨੇ ਲਾਉਂਦਾ। ਕਿਵੇਂ ਬਚੀਏ? ਕਿਹੜੀਆਂ ਚੀਜ਼ਾਂ ਤੋਂ ਗੁਰੇਜ਼ ਕਰੀਏ ਕਿ ਆਹ ਚੀਜ਼ ਦੇ ਤਾਂ ਆਪਾਂ ਨੇੜੇ ਦੀ ਨਹੀਂ ਲੰਘਣਾ, ਜਾਂ ਇਹ ਕਿ ਸਵੇਰੇ ਖਾਧਾ ਹੀ ਨਹੀਂ, ਦੁਪਹਿਰੇ ਖਾ ਲਿਆ, ਰਾਤ ਨੂੰ ਐਨ ਤੁੰਨ ਕੇ ਤਸੱਲੀ ਕਰਕੇ ਖਾ ਗਏ? ਕਿਵੇਂ ਬੰਦਾ ਖਾਵੇ? ਕਿਹੜੀ ਚੀਜ਼ ਤੋਂ ਪਰਹੇਜ਼ ਕਰੇ ਜੀ? ਦੇਖੋ, ਬੜੇ ਮਜ਼ਾਕ ਵਾਲੀ ਗੱਲ ਹੈ, ਮਜ਼ਾਈਆ ਗੱਲ ਹੈ ਕਿ ਸਭ ਤੋਂ ਸੌਖਾ ਕੰਮ ਉਹ ਮੋਟੇ ਤੋਂ ਪਤਲਾ ਹੋਣਾ ਹੈ, ਜਿਹਦੇ ਤੇ ਅਸੀਂ ਲੱਖਾਂ ਕਰੋੜਾਂ ਡਾਲਰ ਖਰਚ ਕਰਾਂ। ਸਭ ਤੋਂ ਸੌਖਾ ਜੀ। ਇਹਦੇ ਵਿੱਚ ਅਸੀਂ ਕਰਨਾ ਕੀ ਆ? ਜਿਹੜੇ ਮੋਟਾਪੇ ਤੋਂ ਪੀੜਤ ਆ ਉਹ ਅੱਜ ਅਹਿਦ ਕਰ ਲੈਣ, ਰੈਜ਼ੋਲੂਸ਼ਨ ਕਰ ਲੈਣ ਕਿ ਆਹ ਕੰਮ ਅਸੀਂ ਕਰਨਾ ਆ, ਆਹ ਗੱਲਾਂ ਅਸੀਂ ਪੱਲੇ ਬੰਨ ਲੈਣੀਆਂ, ਤੇ ਨਾ ਤੁਹਾਡਾ ਕੋਈ ਪੈਸਾ ਖਰਚ ਹੋਣਾ, ਬਾਡੀ ਤੁਹਾਡੀ ਡੀਟੌਕਸੀਫਾਈ ਹੋ ਜਾਣੀ ਆ, ਔਰ ਭਾਰ ਤੁਹਾਡਾ ਚਲਿਆ ਜਾਣਾ। ਕਰਨਾ ਕੀ ਆ? ਕੀ ਤੁਹਾਡਾ ਦਿਨਚਰਿਆ, ਕੀ ਤੁਹਾਡਾ ਸਵੇਰ ਤੋਂ ਲੈ ਕੇ ਖਾਣ ਪਾਣ ਹੈ? ਉਸ ਤੋਂ ਇਲਾਵਾ ਟੇਸਟ ਬਰਡਸ ਨੂੰ ਪਲੀਜ਼ ਨਹੀਂ ਕਰਨਾ। ਇਸੇ ਤਰੀਕੇ ਦੇ ਨਾਲ ਆਰਾਮ ਦਾ ਕੀੜਾ ਕਿਤੇ ਉਹਨੂੰ ਪਲਣ ਨਹੀਂ ਦੇਣਾ ਆਪਣੇ ਹੈਡ ਦੇ ਵਿੱਚ ਕਿ ਆਰਾਮ ਕਰਨਾ ਹੈ। ਇਹ ਸਭ ਤੋਂ ਵੱਡੀ ਗੱਲ ਹੈ। ਸੋ ਅਸੀਂ ਕਰਨਾ ਕੀ ਹੈ? 40 ਦਿਨ ਵਾਸਤੇ ਸਿਰਫ 4 ਚੀਜ਼ਾਂ ਦਾ ਸੇਵਨ ਕਰਨਾ ਹੈ। ਉਸ ਤੋਂ ਇਲਾਵਾ ਕਿਸੇ ਚੀਜ਼ ਦਾ ਟੇਸਟ ਵੀ ਨਹੀਂ ਦੇਖਣਾ। ਅੱਛਾ ਜੀ। ਇਹ ਮੰਤਰ ਹੈ। ਇਹ ਮੰਤਰ ਦੇ ਉਹੀ ਹੈ ਜੀ। ਹਾਂਜੀ। ਇਹ ਕਿਹੜੀਆਂ ਚੀਜ਼ਾਂ ਨੇ? ਪਾਣੀ ਜਿੰਨਾ ਮਰਜ਼ੀ ਪੀ ਲਓ ਸਵੇਰ ਤੋਂ ਲੈ ਕੇ ਸ਼ਾਮ ਤੱਕ, ਕੋਈ ਮਨਾਹੀ ਨਹੀਂ ਹੈ। ਇਤਿਹਾਸਾਂ ਤੇ ਆਏਗਾ ਕਿ ਪਾਣੀ ਨਾਲ ਜ਼ਿੰਦਗੀ ਤੇ ਨਹੀਂ ਜੀ ਜਾਂਦੀ, ਪਰ ਪਾਣੀ ਜੀਵਨ ਵੀ ਹੈ। ਜੀਵਨ ਵੀ ਹੈ। ਇਸ ਕਰਕੇ ਅਸੀਂ ਪਾਣੀ ਨੂੰ ਪਹਿਲਾਂ ਕਿਹਾ ਨਾ, ਪਵਨ ਗੁਰੂ ਪਾਣੀ ਪਿਤਾ। ਪਾਣੀ ਤੋਂ ਬਗੈਰ ਤਾਂ ਉਪਜਦਾ ਹੀ ਕੁਛ ਨਹੀਂ ਜੀ, ਵਿਕਸਿਤ ਹੀ ਕੁਛ ਨਹੀਂ। ਨੰਬਰ 2 ਤੇ ਹੈਗਾ ਦੁੱਧ ਜੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਵੇਂ 4 ਲੀਟਰ ਪੀ ਲਓ ਤੇ ਭਾਵੇਂ 10 ਲੀਟਰ ਪੀ ਲਓ, ਤੁਹਾਡੀ ਆਪਣੀ ਕੈਪੈਸਿਟੀ ਹੈ। ਲੇਕਿਨ ਉਹਦਾ ਫੈਟ ਕੰਟੈਂਟ ਹੈ ਜਿਹੜਾ ਉਹ 1% ਤੋਂ ਵੱਧ ਨਹੀਂ ਹੋਣਾ ਚਾਹੀਦਾ। ਅੱਛਾ।
ਜਾਂ ਘਰ ਦੇ ਦੁੱਧ ਨੇ ਤੇ ਉਹਦੀ ਦੋਹਰੀ ਮਲਾਈ ਲਾ ਕੇ ਰੱਖ ਲਓ। ਉਹ ਜਿਹੜਾ ਸੈਪਰੇਟਡ ਮਿਲਕ ਹੈ ਉਹ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਮਰਜ਼ੀ ਪੀ ਲਓ। ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹ ਮੰਨਿਆ ਜਾਂਦਾ ਸੀ ਕਿ ਹਾਰਮੋਨੀਅਸ ਖੁਰਾਕ ਹੈ, ਦੁੱਧ ਜਿਹੜੀ ਹੈ ਇਹਦੇ ਨਾਲ ਹਰ ਚੀਜ਼ ਦੀ ਪੂਰਤੀ ਕਰਦੀ ਹੈ। ਮਾਂ ਦਾ ਦੁੱਧ ਜਿਹੜੇ ਬੱਚੇ ਨੇ ਪੀਤਾ ਹੋਇਆ ਬਚਪਨ ਦੇ ਵਿੱਚ, ਤੇ ਫਿਰ ਉਦੋਂ ਤੇ ਕਹਿੰਦੇ ਹੁੰਦੇ ਸੀ ਨਾ ਜੇ ਪੀਤਾ ਹੀ ਮਾਂ ਦਾ ਦੁੱਧ ਤੇ ਬਾਹਰ ਨਿਕਲ। ਬਿਲਕੁਲ। ਸੋ ਮਾਂ ਦੇ ਦੁੱਧ ਦੇ ਵਿੱਚ, ਬਲਕਿ ਗਾਂ ਦਾ ਦੁੱਧ, ਹੁਣ ਤੇ ਉਹ ਗੱਲਾਂ ਨਹੀਂ ਰਹਿ ਗਈਆਂ, ਨਿਰਲ ਮਾਂ ਦਾ ਦੁੱਧ ਗਾਂ ਦਾ ਦੁੱਧ ਹੁੰਦਾ ਸੀਗਾ। ਸੋ ਦੁੱਧ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਖੁਰਾਕ ਹੈ, ਲੇਕਿਨ ਉਹ ਸਾਰੀਆਂ ਚੀਜ਼ਾਂ ਨਹੀਂ ਦਿੰਦਾ। ਸਾਇੰਸ ਅੱਜ ਕੱਲ ਨਿਊਟ੍ਰੀਸ਼ਨਲ ਸਾਇੰਟਿਸਟ ਇਹ ਮੰਨਦੇ ਆ। ਸੋ ਦੁੱਧ ਜਿੰਨਾ ਮਰਜ਼ੀ ਪੀ ਲਓ ਜੀ। ਤੀਸਰੀ ਚੀਜ਼ ਹੈ ਕਿ ਅਸੀਂ ਲੂਣ ਕਿੱਥੋਂ ਲੈਣੇ ਨੇ, ਸਾਰੇ ਸਵਾਦ ਕਿੱਥੋਂ ਲੈਣੇ ਨੇ, ਸਾਰੀਆਂ ਤਸੀਰਾਂ ਕਿੱਥੋਂ ਲੈਣੀਆਂ, ਕਿਉਂਕਿ ਹਾਰਮੋਨੀਅਸ ਫੂਡ ਤੇ ਤਾਂ ਹੀ ਬਣਦਾ ਨੇ 36 ਪਦਾਰਥ ਸੰਮਿਲਿਤ ਹੋਵੇ ਜੀ। ਸੋ ਲੂਣ ਤੇ ਵਿਟਾਮਿਨਸ ਤੇ ਮਿਨਰਲਸ ਲੈਣ ਵਾਸਤੇ ਸਾਰੇ ਸੈਲਡਸ ਜੀ, ਹਰੀਆਂ ਸਬਜ਼ੀਆਂ ਜਿਸ ਵੀ ਸ਼ੇਪ 'ਚ ਤੁਹਾਨੂੰ ਮਿਲ ਜਾਣ, ਉਹਨੂੰ ਸੈਲਡਸ ਬਣਾ ਕੇ ਤੁਸੀਂ ਲੈ ਸਕਦੇ ਹੋ। ਉਹਨੂੰ ਰੋਸਟ ਕਰਕੇ ਲੈ ਸਕਦੇ ਹੋ। ਸੋ ਕੱਚੀਆਂ ਵੀ ਲੈ ਸਕਦੇ ਹੋ, ਰੋਸਟ ਵੀ ਕਰ ਸਕਦੇ ਹੋ, ਬੋਇਲ ਵੀ ਕਰ ਸਕਦੇ ਹੋ। ਤੁਹਾਡੇ ਸਾਰੇ ਲੂਣ ਖਣਿਜ ਉੱਥੋਂ ਪੂਰੇ ਹੋ ਗਏ ਜੀ। ਹੁਣ ਮਠਾਸ ਵਾਲੀਆਂ ਚੀਜ਼ਾਂ ਰਹਿ ਗਈਆਂ। ਸਾਰੇ ਦੇ ਸਾਰੇ ਫਲ ਜੀ ਦੇ ਵਿੱਚ ਸਿਰਫ ਕੇਲਾ ਤੇ ਅੰਬ ਸ਼ਾਮਲ ਨਹੀਂ ਹੋਣਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡੀ ਹਿੰਮਤ ਹੈ 2 ਕਿਲੋ 5 ਕਿਲੋ ਜਿੰਨੇ ਮਰਜ਼ੀ ਖਾ ਲਓ, ਲੇਕਿਨ ਗਰੀਬ ਤਾਂ ਵਿਚਾਰਾ ਸੈਲਡ ਸਬਜ਼ੀਆਂ ਤਾਂ ਖਾ ਸਕਦਾ ਹੈ, ਫਰੂਟ ਨਹੀਂ ਖਾ ਸਕਦਾ। ਇੰਨਾ ਕੁ ਮਹਿੰਗਾ ਹੋ ਗਿਆ ਹੋਇਆ ਸਾਡੇ, ਲੇਕਿਨ ਤੁਹਾਡੇ ਕੋਲ ਉੱਥੇ ਹਰ ਬੰਦਾ ਜਿਹੜਾ ਹੈ ਉਹ ਫਰੂਟ ਖਾਣ ਦੇ ਕਾਬਿਲ ਹੈ। ਸੋ ਕੋਈ 5 ਫਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਮਰਜ਼ੀ ਲੈ ਲਓ। ਸੈਲਡਸ ਨੇ ਜਿਹੜੇ, ਕੱਚੀਆਂ ਸਬਜ਼ੀਆਂ ਕਿਸੇ ਵੀ ਸ਼ੇਪ 'ਚ ਤੁਸੀਂ ਜਿੰਨੀਆਂ ਮਰਜ਼ੀ ਲੈ ਲਓ, ਜਿਹੜੀਆਂ ਖਾ ਸਕਦੇ ਹੋ ਸੈਲਡਸ ਬਣਾ ਕੇ। ਦੁੱਧ ਜਿੰਨਾ ਮਰਜ਼ੀ ਪੀ ਲਓ। 40 ਦਿਨ ਜੇ ਤੁਸੀਂ ਕੱਢ ਜਾਓ ਇਹਨਾਂ ਚਾਰਾਂ ਚੀਜ਼ਾਂ ਉੱਤੇ, ਪਾਣੀ, ਦੁੱਧ, ਸੈਲਡਸ ਤੇ ਫਰੂਟ, ਲੇਕਿਨ ਸੈਲਡਸ ਦੇ ਵਿੱਚ ਆਲੂ, ਕਚਾਲੂ ਤੇ ਅਰਬੀ ਨਹੀਂ ਹੋਏਗਾ, ਸਟਾਰਚ ਨਹੀਂ ਹੋਏਗੀ ਜੀ। ਫਰੂਟਸ ਦੇ ਵਿੱਚ ਕੇਲਾ ਤੇ ਅੰਬ ਨਹੀਂ ਹੋਏਗਾ, ਬਾਕੀ ਸਾਰੇ ਫਲ ਹੋਣਗੇ। ਅਗਰ 40 ਦਿਨ ਤੁਸੀਂ ਇਸ ਖੁਰਾਕ ਤੇ ਕੱਢ ਜਾਓ, 40 ਦਿਨਾਂ ਦੇ ਵਿੱਚ ਤੁਹਾਡੀ ਬਾਡੀ ਡੀਟੌਕਸੀਫਾਈ ਹੋ ਜਾਏਗੀ। ਡੀਟੌਕਸੀਫਿਕੇਸ਼ਨ ਦਾ ਮਤਲਬ ਹੁੰਦਾ ਅਲਕਲੀ ਤੇ ਐਸਿਡ ਦਾ ਤਵਾਜ਼ਨ ਮੇਨਟੇਨ ਕਰਨਾ ਜੀ। ਜਿਹਦਾ ਅਲਕਲੀ ਤੇ ਐਸਿਡ ਦਾ ਤਵਾਜ਼ਨ ਔਰ ਬੈਲੈਂਸ ਜਾਂ ਇਕੁਇਲਿਬ੍ਰੀਅਮ ਠੀਕ ਹੈ, ਉਸ ਇਨਸਾਨ ਨੂੰ ਕਦੇ ਕੈਂਸਰ ਨਹੀਂ ਹੋ ਸਕਦੀ। ਉਹਨੂੰ ਆਟੋ ਇਮਿਊਨ ਡਿਜ਼ੀਜ਼ਸ ਜਿਨ੍ਹਾਂ ਦਾ ਇਲਾਜ ਨਹੀਂ ਹੈ ਉਹ ਨਹੀਂ ਹੋ ਸਕਦੇ। ਸੋ ਇੱਕ ਪਾਸੇ ਇਹ ਡੀਟੌਕਸੀਫਿਕੇਸ਼ਨ ਹੈ, ਦੂਸਰੇ ਪਾਸੇ ਵਾਧੂ ਹਵਾ, ਪਾਣੀ, ਫੈਟ ਜਿਹਦੀ ਕਿ ਸਰੀਰ ਨੂੰ ਜ਼ਰੂਰਤ ਨਹੀਂ ਸੀ ਡਿਪੋਜ਼ਿਟ ਹੋਈ ਹੈ, ਉਹ ਸਾਰੇ ਦੀ ਕਲੀਨਜ਼ਿੰਗ ਹੋ ਜਾਏਗੀ। ਔਰ ਦੁਨੀਆ ਭਰ 'ਚ ਲੋਕਾਂ ਨੇ 40 ਦਿਨਾਂ 'ਚ 40 ਪਾਉਂਡ ਭਾਰ ਘਟਾਇਆ। ਤੇ ਜੇ ਤੁਸੀਂ ਭਾਰ ਨਾ ਵੀ ਘਟਾਉਣਾ ਹੋਵੇ ਜੀ, ਡੀਟੌਕਸੀਫਿਕੇਸ਼ਨ ਕਰਨ ਵਾਸਤੇ ਵੀ ਜੇ ਤੁਸੀਂ ਇੱਕ ਚਿਲਿਆ ਜਾਂ ਸਵਾ ਮਹੀਨਾ ਇਹ ਕਰ ਜਾਂਦੇ ਹੋ, ਤੇ ਮੈਂ ਬੜੇ ਦਾਅਵੇ ਦੇ ਨਾਲ ਸਨਦ ਲਿਖ ਕੇ ਦੇ ਸਕਦਾ ਕਿ ਤੁਹਾਨੂੰ ਕੋਈ ਬਿਮਾਰੀ ਨਹੀਂ ਘੇਰਨ ਲੱਗੀ, ਕਿਉਂਕਿ ਤੁਸੀਂ ਸਾਲ ਵਿੱਚ 2 ਵਾਰੀ ਡੀਟੌਕਸੀਫਾਈ ਕਰ ਲਿਆ। ਕੋਈ ਡੀਟੌਕਸੀਫਿਕੇਸ਼ਨ ਦਾ ਮੰਤਰ ਲੈਣ ਦੀ ਜ਼ਰੂਰਤ ਨਹੀਂ ਬਾਹਰੋਂ, ਆਪਣੇ ਆਪ ਦੇ ਵਿੱਚ ਅੰਨ ਸ਼ੂਨਿਆ ਕਰਦੇ, ਅਨਾਜ ਜ਼ੀਰੋ ਕਰ ਦੇਣਾ। ਜਦੋਂ ਅਸੀਂ ਅਨਾਜ ਨੂੰ ਜ਼ੀਰੋ ਕਰ ਦਾਂਗੇ, ਕਿਉਂਕਿ ਇਸ ਵੇਲੇ ਜਿਹੜੀ ਕਣਕ ਆ ਰਹੀ ਹੈ ਉਹ ਤਾਂ ਵੈਸੇ ਹੀ ਬੜੀ ਘੱਟ ਹੈ। ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਦੇਸੀ ਕਣਕ ਸੀ ਉਹ ਹੋਰ ਸੀ। ਅੱਜ ਜਿਹੜੀ ਕਣਕ ਆ ਰਹੀ ਹੈ, ਸਿਆਣੇ ਲੋਕ ਤਾਂ ਕਣਕ ਲੈ ਹੀ ਨਹੀਂ ਰਹੇ। ਉਹਦੇ ਵਿੱਚ ਐਮਲੋਪੈਕਟਿਨ ਲੈ ਲਓ, ਉਹਦੇ ਚ ਗਲੈਡਨ ਲੈ ਲਓ, ਉਹਦੇ ਚ ਗਲੂਟਨ ਲੈ ਲਓ, ਬੜੇ ਨੁਕਸਾਨਦਾਇਕ ਚੀਜ਼ਾਂ ਨੇ ਜੀ। ਲੇਕਿਨ ਅਸੀਂ ਰੋਟੀ ਖਾਣੀ ਹੈ, ਗਰੀਬ ਗੁਰਬਾ ਦਾ ਤੇ ਢਿੱਡ ਭਰਨ ਦਾ ਮਸਲਾ ਹੈ, ਉਹ ਇਹਨਾਂ ਚੀਜ਼ਾਂ ਮਗਰ ਨਹੀਂ ਜਾਂਦੇ। ਪਰ ਜਿੱਥੇ ਕਿਤੇ ਓਬੇਸਿਟੀ ਹੈ, ਜਿੱਥੇ ਤੁਸੀਂ ਇਹ ਜਿਹੀਆਂ ਬਿਮਾਰੀਆਂ ਤੋਂ ਪੀੜਤ ਹੋ, ਉਹ ਲੋਕ ਅਨਾਜ ਬਦਲ ਸਕਦੇ ਆ। ਅਨਾਜ ਬਦਲ ਕੇ ਅਸੀਂ ਛੋਲਿਆਂ ਦੀ ਵਰਤੋਂ ਕਰ ਸਕਦੇ ਹਾਂ, ਬਾਜਰੇ ਦੀ ਵਰਤੋਂ ਕਰ ਸਕਦੇ ਹਾਂ, ਰਾਗੀ ਦੀ ਵਰਤੋਂ ਕਰ ਸਕਦੇ ਹਾਂ। ਬਾਬੇ ਨਾਨਕ ਨੇ ਕੋਧਰੇ ਦੀ ਗੱਲ ਕੀਤੀ ਸੀ, ਅਸੀਂ ਉਹਨੂੰ ਫਿਰ ਦੁਬਾਰਾ ਰਿਵਾਈਵ ਕਰੀਏ। ਸੋ ਅਨਾਜ ਬਦਲ ਕੇ ਅਸੀਂ ਕਣਕ ਦੀ ਰਿਪਲੇਸਮੈਂਟ ਕਰ ਦਿੰਦੇ ਹਾਂ। ਮੈਂ ਇੱਥੇ ਇਹ ਵੀ ਦੱਸਦਾ ਜਾਵਾਂ
ਕਿ ਇਸ ਵੇਲੇ ਦੀ ਜਿਹੜੀ ਕਣਕ ਹੈ, ਚਾਹੇ ਕੋਈ ਬ੍ਰਾਂਡ ਹੋਵੇ, ਆਟੇ ਦੇ ਬੜੇ ਵੱਖਰੇ ਵੱਖਰੇ ਬ੍ਰਾਂਡ ਤੁਹਾਡੇ ਕੋਲ ਮਿਲਦੇ ਨੇ, ਪਰ ਬੇਸਿਕ ਕਣਕ ਤਾਂ ਉਹੀ ਹੈ। ਹਾਈਲੀ ਗਲਾਈਸੀਮਿਕ ਵੈਲਿਊ ਆ। ਤੁਸੀਂ ਬਰਫੀ ਦੀ ਟੁੱਟੀ ਖਾ ਲਓ, ਉਨੀ ਸ਼ੂਗਰ ਨਹੀਂ ਵਧਾਏਗੀ। ਇੱਕ ਫੁਲਕਾ ਖਾ ਲਓ, ਉਹ ਵਧਾਏਗਾ ਜੀ। ਸੋ ਜਦੋਂ ਅਸੀਂ ਡਾਇਬਟੀਜ਼ ਨੂੰ ਮੈਨੇਜ ਕਰਨਾ ਆ, ਉੱਥੇ ਵੀ ਜੇ ਅਸੀਂ ਕਿਤੇ ਕਣਕ ਜੀ ਤੇ ਕਣਕ ਤੋਂ ਬੜੀਆਂ ਚੀਜ਼ਾਂ, ਆਲੂ ਤੇ ਆਲੂ ਤੋਂ ਬੜੀਆਂ ਚੀਜ਼ਾਂ, ਚੌਲ ਤੇ ਚੌਲਾਂ ਤੋਂ ਬੜੀਆਂ ਚੀਜ਼ਾਂ ਬੰਦ ਕਰ ਦਈਏ ਜੀ, ਪ੍ਰੋਟੀਨ ਰਿਚ ਡਾਈਟ ਲੈ ਕੇ ਆਪਣਾ ਚਾਹੀਏ, ਤੇ ਬਹੁਤ ਸਾਰੇ ਲੋਕਾਂ ਦੀ ਇਨਸੂਲਿਨ ਤੋਂ ਗੋਲੀ ਤੇ ਆ ਜਾਣਗੇ। ਗੋਲੀ ਵਾਲਿਆਂ ਦੀ ਗੋਲੀ ਬੰਦ ਹੋ ਜਾਏਗੀ, ਬਾਰਡਰ ਲਾਈਨ ਵਾਲੇ ਨਾਰਮਲ ਹੋ ਜਾਣਗੇ। ਜੇ ਉਹ ਸਵੇਰੇ ਸ਼ਾਮ ਉੱਠ ਕੇ 6 ਕਿਲੋਮੀਟਰ ਸਵੇਰੇ, 6 ਕਿਲੋਮੀਟਰ ਸ਼ਾਮੀ 600-700 ਕੈਲੋਰੀ ਬਰਨ ਕਰਨ, ਲਾਈਫ ਸਟਾਈਲ ਚੇਂਜ ਹੋ ਗਏ ਤੇ ਡਾਇਬਟੀਜ਼ ਤੋਂ ਨਿਜਾਤ ਪਾਈ। ਜੀ ਜੀ। ਅੱਛਾ, ਹੁਣ ਡਾਕਟਰ ਸਾਹਿਬ ਤੁਸੀਂ ਬਹੁਤ ਕਮਾਲ ਦੀ ਗੱਲ ਦੱਸੀ ਆ ਕਿ ਜਿਹੜੇ ਗੋਲੀ ਖਾਂਦੇ ਨੇ ਉਹਨਾਂ ਦੀ ਗੋਲੀ ਛੁੱਟ ਜਾਏਗੀ, ਜਿਨ੍ਹਾਂ ਨੂੰ ਮੋਟਾਪੇ ਦੇ ਸ਼ਿਕਾਰ ਨੇ ਉਹਨਾਂ ਦਾ ਮੋਟਾਪਾ ਦੂਰ ਹੋਏ ਜਾਗਾ, ਕੈਂਸਰ ਤੋਂ ਤੇ ਹੋਰ ਕਿੰਨੀਆਂ ਤੁਸੀਂ ਬਿਮਾਰੀਆਂ ਦੱਸੀਆਂ ਨੇ ਕਿ ਉਹਨਾਂ ਤੋਂ ਆਪਣੇ ਆਪ ਦੇ ਵਿੱਚ ਨਿਜਾਤ ਲਈ ਜਾ ਸਕਦੇ। ਫਾਰਮੂਲਾ ਤਾਂ ਸੁਖਾਲਾ ਹੈ, ਨਾ ਕੋਈ ਡਾਕਟਰ ਸੱਦਣਾ, ਨਾ ਕਿਸੇ ਡਾਕਟਰ ਦੇ ਦੁਆਰ ਜਾਣਾ, ਨਾ ਜੇਬ ਦੇ ਵਿੱਚੋਂ ਪੈਸਾ ਧੇਲਾ ਖਰਚਣਾ ਹੈ। ਆਹ ਜਿਹੜਾ 40 ਦਿਨਾਂ ਦਾ ਫਾਰਮੂਲਾ ਤੁਸੀਂ ਦੱਸਿਆ, ਮੈਨੂੰ ਲੱਗਦਾ ਕਿ ਸਿਰੜਤਾ ਚਾਹੀਦਾ, ਸਿਦਕਤਾ ਚਾਹੀਦਾ ਬੰਦੇ ਨੂੰ, ਕਿਉਂਕਿ ਜੇ ਜਾਨ ਹੈ ਫੇਰ ਜਹਾਨ ਹੈ। ਜੇ ਸਾਨੂੰ ਬਿਮਾਰੀਆਂ ਨੇ ਘੇਰ ਲਿਆ, ਇੱਕ ਤਾਂ ਇਹ ਨਹੀਂ ਪਤਾ ਕਿ ਕਦੋਂ ਸਾਡਾ ਭੋਗ ਪੈ ਜੇ, ਕਦੋਂ ਸੱਦਾ, ਕਦੋਂ ਬੁਲਾਵਾ ਆ ਜੇ। ਦੂਸਰੀ ਗੱਲ ਇਹ ਸਾਨੂੰ ਕੋਈ ਪਤਾ ਨਹੀਂ ਕਿ ਜਿਸ ਤਰ੍ਹਾਂ ਦੀ ਅਸੀਂ ਜ਼ਿੰਦਗੀ, ਜਿਹੜੀਆਂ ਕਿਰਿਆਵਾਂ ਰੋਜ਼ਾਨਾ ਕਰਦੇ ਹਾਂ, ਕਿ ਉਹ ਕਰਨ ਦੀ ਸਮਰੱਥ ਵੀ ਰਹਾਂਗੇ। ਹੁਣ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੈ, ਆਮ ਲੋਕਾਂ ਦਾ ਇੱਕ ਖਿਆਲ ਵੀ ਹੈ ਕਿ ਇੰਜ ਕਰਦੇ ਆ, ਚਲੋ ਜੇ ਮੋਟਾਪਾ ਆ ਗਿਆ, ਹੁਣ ਕਿੱਥੇ ਇਹ ਖੁਰਾਕ ਦੀ ਬਦਲੀ ਕਰਦੇ ਫਿਰਾਂਗੇ, ਆਪਾਂ ਸਰਜਰੀ ਕਰਾ ਲੈਂਦੇ ਹਾਂ, ਵਿੱਚੋਂ 20 25 30 50 ਪਾਉਂਡ ਆਪਾਂ ਵਜ਼ਨ ਹੀ ਘਟਾ ਦਿੰਦੇ ਹਾਂ। ਕਿ ਜਿਹੜੀ ਉਹ ਇੱਕ ਤਰੀਕੇ ਨਾਲ ਵਜ਼ਨ ਘਟਾਉਂਦੇ ਨੇ, ਢਿੱਡ ਵਧਾ ਲੈਂਦੇ ਨੇ, ਉਹ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਦੇਖਿਆ ਬਹੁਤ ਸਾਰੇ ਲੋਕ ਤਾਂ ਪਛਾਣ 'ਚ ਨਹੀਂ ਆਉਂਦੇ। ਕਈ ਲੋਕਾਂ ਦੀ ਜ਼ਿੰਦਗੀ ਦੁੱਭਰ ਹੋ ਜਾਂਦੀ ਹੈ ਜੀਣੀ, ਕਿਸੇ ਕਿਸੇ ਨੂੰ ਰਾਸ ਆਉਂਦਾ। ਬਹੁਤਿਆਂ ਦਾ ਮੈਂ ਵੇਖਿਆ ਕਿ ਉਹ ਕੰਮ ਕੀਤਾ ਹੋਇਆ ਉਹਨਾਂ ਨੂੰ ਰਾਸ ਨਹੀਂ ਆਉਂਦਾ। ਤੁਸੀਂ ਰਿਕਮੈਂਡ ਕਰਦੇ ਹੋ ਜੀ? ਉਹ ਮੈਂ ਆਊਟਰਾਈਟਲੀ ਰਿਜੈਕਟ ਕਰਦਾ ਹਾਂ। ਮੈਂ ਇਸ ਚੀਜ਼ ਦੇ ਬਿਲਕੁਲ ਵੀ ਹੱਕ 'ਚ ਨਹੀਂ ਹੈ। ਇਹੋ ਜਿਹਾ ਰਿਸਕ ਲੈਣ ਦੀ ਕੋਈ ਜ਼ਰੂਰਤ ਨਹੀਂ। ਪਹਿਲੀ ਤੇ ਗੱਲ ਇਹ ਆ ਕਿ ਪ੍ਰੀਵੈਂਟਿਵ ਤੇ ਚੱਲੋ ਕਿ ਮੋਟੇ ਹੋ ਹੀ ਨਾ। ਹਾਂ, ਜੇ ਹੋ ਗਏ ਹੋ ਤੇ ਆ ਚਿਲੀਆ ਕਰ ਲਓ, ਸਾਲ 'ਚ 2 ਵਾਰੀ ਕਰ ਲਓ, 3 ਵਾਰੀ ਕਰ ਲਓ, ਇਹਦੀ ਕੋਈ ਮਨਾਹੀ ਨਹੀਂ ਹੈ। ਇਸ ਤਰੀਕੇ ਦੇ ਨਾਲ, ਕੁਦਰਤੀ ਤੌਰ ਤਰੀਕਿਆਂ ਦੇ ਨਾਲ ਆਪਣੀ ਓਬੇਸਿਟੀ ਨੂੰ ਮੈਨੇਜ ਕਰੋ, ਨਾ ਕਿ ਗੈਰ ਕੁਦਰਤੀ ਤਰੀਕਿਆਂ ਦੇ ਨਾਲ। ਅੱਛਾ, ਹੁਣ ਡਾਕਟਰ ਸਾਹਿਬ ਇੱਕ ਹੋਰ ਦੱਸੋ ਕਿ ਕਿਸੇ ਵਿਅਕਤੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਸੀ, ਪਰ ਹੋਈਆਂ ਉਹ ਮੋਟਾਪੇ ਤੋਂ ਸ਼ੁਰੂ। ਮੰਨ ਲਓ ਵਿਅਕਤੀ ਨੇ ਮੋਟਾਪਾ ਕੰਟਰੋਲ ਵਿੱਚ ਕਰ ਲਿਆ, ਇਸ ਫਾਰਮੂਲੇ ਨਾਲ ਕੰਟਰੋਲ ਵਿੱਚ ਕਰ ਲਿਆ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਕੋਲੈਸਟਰੋਲ ਹੈ, ਜਾਂ ਗਿੱਟੇ ਗੋਡੇ ਦੁਖਦੇ ਨੇ, ਕਿ ਜੇਕਰ ਮੋਟਾਪੇ ਨੂੰ ਉਹ ਕੰਟਰੋਲ ਕਰ ਲੈਂਦਾ, ਬਾਕੀ ਬਿਮਾਰੀਆਂ ਦੇ ਉੱਤੇ ਵੀ ਥੋੜਾ ਬਹੁਤਾ ਕੰਟਰੋਲ ਹੁੰਦਾ ਜਾਂ ਨਹੀਂ ਜੀ? ਬਿਲਕੁਲ ਹੁੰਦਾ ਜੀ। ਉਹ ਤਾਂ ਰੈਗੂਲਰ ਤੁਹਾਡੀਆਂ ਟੈਸਟ ਇਨਵੈਸਟੀਗੇਸ਼ਨਸ ਹੁੰਦੀਆਂ ਰਹਿਣੀਆਂ ਚਾਹੀਦਾ। ਜੇ ਕਿਸੇ ਦਾ ਲਿਪਿਡ ਪ੍ਰੋਫਾਈਲ ਵਿਗੜਿਆ ਹੋਇਆ ਹੈ, ਜੇ ਕਿਸੇ ਦਾ ਕੋਲੈਸਟਰੋਲ ਵਧਿਆ ਹੋਇਆ ਹੈ, ਟ੍ਰਾਈਗਲਿਸਰਾਈਡਸ ਵਿਗੜੇ ਹੋਏ ਨੇ, ਗੁੱਡ ਕੋਲੈਸਟਰੋਲ ਵਧਿਆ ਘਟਿਆ ਹੋਇਆ ਹੈ, ਬੈਡ ਕੋਲੈਸਟਰੋਲ ਵਧਿਆ ਹੋਇਆ ਹੈ, ਜਿਹੜਾ ਕਿ ਤੁਹਾਡੇ ਲਈ ਬਹੁਤ ਲਾਈਫ ਰਿਸਕ ਹੈ। ਇਸੇ ਤਰੀਕੇ ਦੇ ਨਾਲ ਸਾਇਲੈਂਟ ਕਿਲਰ ਸ਼ੂਗਰ ਹੈ, ਪਤਾ ਹੀ ਨਹੀਂ ਲੱਗਦਾ। ਪਤਾ ਉਦੋਂ ਲੱਗਦਾ ਜਦੋਂ ਵਾਈਟਲ ਆਰਗਨਸ ਸਾਡੇ ਚਾਨਣੀ ਹੋਏ ਹੁੰਦੇ ਆ। ਸੋ ਇਹਨਾਂ ਚੀਜ਼ਾਂ ਦੇ ਰੈਗੂਲਰ ਇੰਟਰਵਲਸ ਤੇ ਸਾਨੂੰ ਚੈਕਿੰਗ ਕਰਦੇ ਰਹਿਣਾ ਚਾਹੀਦਾ ਹੈ। ਤੇ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਆ ਕਿ ਤੁਸੀਂ ਚਿਲੀਆ ਕਰ ਰਹੇ ਹੋ, ਨਾਲ ਤੁਹਾਡਾ ਲਾਈਫ ਸਟਾਈਲ ਚੇਂਜ ਕੀਤਾ ਹੋਇਆ, ਸਵੇਰੇ ਸ਼ਾਮ ਤੁਸੀਂ ਵਾਕ ਕਰਦੇ ਹੋ, ਫਿਰ ਵੀ ਤੁਸੀਂ ਰੈਗੂਲਰ ਇੰਟਰਵਲਸ ਤੇ ਚੈੱਕ ਕਰਾਉਂਦੇ ਜਾਓ, ਤੇ ਮੈਂ ਇਹ ਬੜੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਬਹੁਤ ਸਾਰੀਆਂ ਲਾਈਫ ਡਿਪੈਂਡੈਂਟ ਜਾਂ ਜਿਨ੍ਹਾਂ ਤੇ ਤੁਹਾਡੀ ਡਿਪੈਂਡੈਂਸੀ ਹੈਗੀ ਆ, ਉਹ ਤੁਸੀਂ ਗੋਲੀਆਂ ਤੋਂ, ਕੈਪਸੂਲ ਤੋਂ, ਦਵਾਈਆਂ ਤੋਂ ਬਚ ਸਕਦੇ ਹੋ, ਜੇ ਤੁਸੀਂ ਆ ਕੁਦਰਤੀ ਤੌਰ ਤਰੀਕਿਆਂ ਨਾਲ ਆਪਣੀ ਜ਼ਿੰਦਗੀ ਨੂੰ ਜੀਣ ਦੀ ਜਾਚ ਸਿੱਖ ਲੈਂਦੇ ਹੋ। ਇਹਦੇ ਵਿੱਚ ਆਹਾਰ, ਵਿਵਹਾਰ, ਆਚਾਰ, ਵਿਚਾਰ ਤੇ ਸੰਚਾਰ ਵੀ ਸ਼ਾਮਲ ਨੇ। ਤੁਹਾਡਾ ਬੋਲ ਬਾਣੀ ਬਹੁਤ ਮਿੱਠਾ ਹੋਣਾ ਚਾਹੀਦਾ ਹੈ, ਵਿਚਾਰ ਤੁਹਾਡੇ ਸ਼ੁੱਧ ਹੋਣੇ ਚਾਹੀਦੇ ਆ, ਤਾਂ ਕਿ ਜਿਹੜੇ ਮੈਂਟਲ ਸਟ੍ਰੈਸ, ਸਟ੍ਰੇਨ, ਐਂਜ਼ਾਈਟੀ, ਫੀਅਰ, ਫੋਬੀਆ, ਜਿਹੜਾ ਸਿਰੋਂ ਬਿਮਾਰੀਆਂ ਉਤਰਦੀਆਂ ਹੈ, ਉਹ ਤੁਹਾਨੂੰ ਪਰੇਸ਼ਾਨ ਨਾ ਕਰਨ। ਸੋ ਇਸ ਕਰਕੇ ਇਹ ਬੰਦੇ ਨੂੰ, ਪਿੰਡ ਨੂੰ ਬ੍ਰਹਿਮੰਡ ਨਾਲ ਜੋੜਨ ਵਾਲੀਆਂ 5 ਚੀਜ਼ਾਂ ਨੇ, ਜਿਹਦੇ ਵਿੱਚ ਆਹਾਰ ਹੈ, ਰੋਟੀ, ਖਾਣਾ ਪੀਣਾ ਤੇ ਸੁੰਘਣਾ। ਆਹਾਰ ਜੀ, ਵਿਵਹਾਰ ਹੈ, ਤੁਹਾਡੀਆਂ ਡੀਡਸ ਐਂਡ ਡੀਲਿੰਗ ਦੇ ਵਿੱਚ ਡੀਸੈਂਸੀ ਤੇ ਬੜੀ ਸ਼ੁੱਧਤਾ, ਉੱਚਤਾ ਹੋਣੀ ਚਾਹੀਦੀ ਹੈ। ਤੁਹਾਡੇ ਵਿਚਾਰ ਬੜੇ ਸ਼ੁੱਧ ਹੋਣੇ ਚਾਹੀਦੇ ਆ। ਤੁਹਾਡਾ ਆਚਾਰ, ਰੋਜ਼ਮਰਾ ਲੋਕਾਂ ਦੇ ਨਾਲ ਜਿਹੜੀ ਵਰਤੋਂ ਵਿਹਾਰ ਕਰਦੇ ਹੋ, ਜਿਹਨੂੰ ਅਸੀਂ ਕਰੈਕਟਰ ਕਹਿੰਦੇ ਆ, ਉਹ ਬਹੁਤ ਉੱਚਾ ਹੋਣਾ ਚਾਹੀਦਾ।
ਤੇ ਸੰਚਾਰ, ਤੁਹਾਡੇ ਲਫ਼ਜ਼, ਤੁਹਾਡੀ ਬੋਲਬਾਣੀ, ਤੁਹਾਡੀ ਗੱਲਬਾਤ, ਉਹਦੇ ਵਿੱਚ ਸ਼ੁੱਧਤਾ ਹੋਣੀ ਚਾਹੀਦੀ ਹੈ। ਨਾ ਕੋਈ ਦੁੱਖ ਵਾਲੀ ਗੱਲ ਮੂੰਹੋਂ ਕੱਢੋ ਤੇ ਤਾਂ ਕਿ ਪਰਤ ਕੇ ਤੁਹਾਨੂੰ ਕੋਈ ਦੁੱਖ ਵਾਲੀ ਗੱਲ ਨਾ ਕਰੇ। ਇਹਦੇ ਨਾਲ ਸਟ੍ਰੈਸ, ਸਟ੍ਰੇਨ, ਐਂਗਜ਼ਾਇਟੀ, ਫੀਅਰ, ਫੋਬੀਆ, 90% ਬਿਮਾਰੀਆਂ ਇਸ ਵੇਲੇ ਸਿਰ ਤੋਂ ਉਤਰ ਰਹੀਆਂ। ਇਨਫੈਕਸ਼ਨ ਜਿਹੜੀ ਸੀ ਉਹ ਬੈਕਟੀਰੀਅਲ ਨੇ, ਉਹ ਵਾਇਰਲ ਨੇ, ਉਹ ਫੰਗਲ ਨੇ। ਉਹਨਾਂ ਚੀਜ਼ਾਂ ਤੋਂ ਤੇ ਅਸੀਂ ਬੜਾ ਬਚਾਅ ਕਰ ਲੈਂਦੇ ਹਾਂ ਜੀ, ਲੇਕਿਨ ਆਹ ਸਟ੍ਰੈਸ, ਸਟ੍ਰੇਨ ਤਾਂ ਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਦੇ ਵਿੱਚ ਵੀ ਕਲੇਸ਼ ਪਾਇਆ, ਦਫ਼ਤਰ ਦੇ ਵਿੱਚ ਵੀ ਕਲੇਸ਼ ਪਾਇਆ, ਸਮਾਜ, ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ 4 ਸਵੇਰੇ ਸਾਨੂੰ ਕਲੇਸ਼ ਹੀ ਹੈ। ਮੈਨੂੰ ਇਹਨੇ ਦੁਨੀਆ ਨੂੰ ਸਪੋਇਲ ਕੀਤਾ ਹੈ। ਇਹਦੇ ਚੋਂ ਬਾਹਰ ਨਿਕਲੀਏ, ਹੱਸੀਏ, ਖੇਡੀਏ। ਹੱਸਣ, ਖੇਡਣ, ਮਨ ਕਾ ਜੀ। ਅਗਰ ਅਸੀਂ ਇਹ ਅਗਰ ਫੰਡਾ ਅਪਣਾ ਲਈਏ ਕਿ ਉਹ ਹਾਸੇ ਦੇ ਮੌਕੇ ਪੈਦਾ ਕਰੀਏ, ਖੇਡਣ ਦੇ ਮੌਕੇ ਪੈਦਾ ਕਰੀਏ, ਐਂਟਰਟੇਨਮੈਂਟ, ਅਮਿਊਜ਼ਮੈਂਟ, ਰੀਕ੍ਰੀਏਸ਼ਨ ਦੇ ਮੌਕੇ ਪੈਦਾ ਕਰੀਏ, ਤੇ ਅਸੀਂ ਜ਼ਿੰਦਗੀ ਨੂੰ ਬੜਾ ਸਹਿਜ ਤੇ ਬਿਨਾਂ ਬਿਮਾਰੀ ਤੋਂ ਜੀ ਸਕਦੇ। ਸੋ ਡਾਕਟਰ ਸਾਹਿਬ, ਦਰਸ਼ਕ ਜਿੰਨੇ ਵੀ ਵੇਖ ਰਹੇ ਹੈ, ਕਿਉਂਕਿ ਹਰ ਇੱਕ ਵਿਅਕਤੀ ਦਾ ਆਪੋ ਆਪਣਾ ਜ਼ਿੰਦਗੀ ਜਿਉਣ ਦਾ ਤਰੀਕਾ ਹੈ, ਹਰ ਇੱਕ ਖਾਣੇ ਨੂੰ ਬਣਾਉਣ ਦਾ ਤਰੀਕਾ, ਫਿਰ ਉਹਨੂੰ ਖਾਣ ਦਾ ਵੀ ਆਪਣਾ ਤਰੀਕਾ ਹੈ। ਆਮ ਤੌਰ ਤੇ ਆਪਾਂ ਦੇਖਦੇ ਕਹਾਂਗੇ ਯਾਰ ਢਿੱਡ ਦਾ ਸਵਾਲ ਹੈ, ਰੋਟੀ ਪਿੱਛੇ ਭੱਜੇ ਫਿਰਦੇ ਹਾਂ, ਪਰ ਕਈ ਵਾਰੀ ਬੰਦਾ ਟਾਈਮ ਤੇ ਰੋਟੀ ਖਾਂਦਾ ਹੀ ਨਹੀਂ। ਜਿਹਦੇ ਪਿੱਛੇ ਕੰਮ ਕਰ ਰਹੇ ਆ ਉਹਦੇ ਵਾਸਤੇ ਕੰਮ ਤਾਂ ਕੀਤਾ ਜਾ ਰਿਹਾ ਹੈ, ਪਰ ਸਮੇਂ ਸਿਰ ਰੋਟੀ ਖਾਧੀ ਨਹੀਂ ਜਾ ਰਹੀ। ਉਹ ਦਰਸ਼ਕ ਜਿਹੜੇ ਇਸ ਵਕਤ ਜਿਨ੍ਹਾਂ ਦੇ ਫਾਇਦੇ ਦੀਆਂ ਗੱਲਾਂ ਨੇ, ਲਗਭਗ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਦੁਨੀਆ ਦਾ ਇਸ ਤਰ੍ਹਾਂ ਦਾ ਵਿਅਕਤੀ ਹੋਏ, ਖਾਸ ਕਰਕੇ ਵੈਸਟਰਨ ਵਰਲਡ ਦੇ ਵਿੱਚ ਵੀ ਤੇ ਹੁਣ ਤਾਂ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਲਗਾਤਾਰ ਚੱਲ ਰਹੀਆਂ ਨੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਮੋਟਾਪੇ ਤੋਂ ਪੀੜਤ ਨੇ, ਪਰ ਉਹਨਾਂ ਨੂੰ ਲੱਗਦਾ ਨਹੀਂ ਕਿ ਅਸੀਂ ਮੋਟੇ ਹਾਂ, ਇਸ ਕਰਕੇ ਹੋਰਨਾਂ ਬਿਮਾਰੀਆਂ ਦੇ ਇਲਾਜ ਵਾਸਤੇ ਹਸਪਤਾਲਾਂ ਦੇ ਚੱਕਰ ਕੱਟ ਰਹੇ ਨੇ। ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਕਿਵੇਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾ ਸਕੇ, ਕਿਵੇਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ, ਕਿਵੇਂ ਆਪਣੀ ਜੇਬ ਢਿੱਲੀ ਹੋਣ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕੇ? ਕੀ ਕਹੋਗੇ ਜੀ ਅਖੀਰ 'ਚ ਉਹਨਾਂ ਨੂੰ? ਬੈਨੀਪਾਲ ਸਾਹਿਬ, ਜ਼ਿਆਦਾ ਖਾਣਾ ਕੋਈ ਮੁਸ਼ਕਲ ਨਹੀਂ, ਖਾਓ ਜੀ, ਲੇਕਿਨ ਉਹਨੂੰ ਪਚਾਓ, ਉਹਦੇ ਲਈ ਜ਼ਿਆਦਾ ਐਕਸਰਸ਼ਨ ਕਰਨੀ ਪਏਗੀ ਜੀ। ਸੋ ਇਹ ਤੁਹਾਡੀ ਫਿਜ਼ੀਕਲ ਐਕਸਰਸ਼ਨ ਤੇ ਤੁਹਾਡੀਆਂ ਈਟਿੰਗ ਹੈਬਿਟਸ ਦਾ ਇੱਕ ਤਵਾਜ਼ਨ ਹੋਣਾ ਚਾਹੀਦਾ ਹੈ ਕਿ ਜਿੰਨਾ ਤੁਸੀਂ ਖਾਂਦੇ ਹੋ ਉਹਨੂੰ ਤੁਸੀਂ ਪਚਾਉਂਦੇ ਹੋ ਜੀ। ਜਦੋਂ ਇਹਦਾ ਤਵਾਜ਼ਨ ਟੁੱਟ ਜਾਂਦਾ ਹੈ ਕਿ ਤੁਸੀਂ ਖਾਂਦੇ ਜ਼ਿਆਦਾ ਹੋ, ਆਰਾਮ ਪਸੰਦ ਤੁਹਾਡੀ ਜ਼ਿੰਦਗੀ ਆ, ਉਸ ਵੇਲੇ ਤੁਹਾਡੇ ਅੰਦਰ ਡਿਪੋਜ਼ਿਟ ਹੋ ਰਹੇ ਨੇ। ਸੋ ਮਿਹਰਬਾਨੀ ਕਰਕੇ, ਮੈਂ ਸ਼ੁਰੂ 'ਚ ਗੱਲ ਕਹੀ ਸੀ ਕਿ 2000 ਕੈਲੋਰੀਜ਼ ਚਾਹੀਦੀਆਂ ਹੁੰਦੀਆਂ, ਜਿਹੜੀਆਂ ਕਿ ਤੁਸੀਂ 2 ਫੁਲਕੇ ਅਗਰ ਦੁਪਹਿਰੇ ਖਾਂਦੇ ਹੋ, 2 ਰਾਤੀ ਖਾਂਦੇ ਹੋ, ਨਾਲ ਤੁਹਾਡੀ ਦਾਲ ਸਬਜ਼ੀ ਚਾਹਦੀ ਆ, ਫਰੂਟ ਲੈਂਦੇ ਹੋ, ਸੈਲਡ ਲੈਂਦੇ ਹੋ, 1% ਦਾ ਦੁੱਧ ਪੀਂਦੇ ਹੋ, ਬੇਸ਼ੱਕ ਉਹ 2-3 ਵਾਰੀ ਵੀ ਤੁਸੀਂ ਪੀ ਲਓ, ਉਹਦੇ ਨਾਲ ਤੁਹਾਨੂੰ 2000 ਕੈਲੋਰੀਜ਼ ਮਿਲ ਜਾਂਦੀਆਂ ਹੈ। ਬੇਸ਼ੱਕ ਇਹਦੇ ਨਾਲ ਤੁਸੀਂ ਪਨੀਰ ਲੈਂਦੇ ਹੋ, ਥੋੜੇ ਡਰਾਈ ਫਰੂਟਸ ਲੈਂਦੇ ਹੋ। ਸੋ ਤੁਹਾਡੀਆਂ ਹਾਰਮੋਨੀਅਸ ਜਿਹੜੀ ਖੁਰਾਕ ਹੈ ਉਹ ਤੁਹਾਡੇ ਕੋਲ 36 ਪਦਾਰਥ ਸੰਮਿਲਿਤ ਪਹੁੰਚ ਗਈ। ਲੇਕਿਨ ਓਵਰ ਈਟਿੰਗ ਨਾ ਕਰੋ ਜੇ ਤੁਹਾਡਾ ਸੈਡੈਂਟਰੀ ਲਾਈਫਸਟਾਈਲ ਹੈ ਤੇ। ਸੋ ਓਵਰ ਈਟਿੰਗ ਤੋਂ ਬਚੋ ਤੇ ਤੁਹਾਡਾ ਦਿਨਚਰਿਆ ਜਿਹੜਾ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਇਹ ਅਸੂਲ ਹੀ ਬਣਾ ਲਓ ਕਿ 6 ਕਿਲੋਮੀਟਰ ਸਵੇਰੇ ਤੇ 6 ਕਿਲੋਮੀਟਰ ਸ਼ਾਮੀ, ਕੁੱਲ ਮਿਲਾ ਕੇ 10 ਕਿਲੋਮੀਟਰ, ਤਕਰੀਬਨ ਤੁਹਾਨੂੰ 1.5 ਘੰਟਾ ਲੱਗਣਾ ਹੈ। ਅਗਰ ਇਹ ਜ਼ਿੰਦਗੀ ਦਾ ਅਸੂਲ ਬਣ ਜਾਏ, ਫਿਜ਼ੀਕਲ ਐਕਸਰਸ਼ਨ। ਸੋ ਖਾਣ ਵਾਲੇ ਪਾਸੇ ਤੁਸੀਂ ਪਰਹੇਜ਼ ਕਰ ਲੈ ਔਰ ਫਿਜ਼ੀਕਲ ਐਕਸਰਸ਼ਨ ਦਿਨਚਰਿਆ ਜਿਹੜਾ ਤੁਹਾਡਾ, ਬੇਸ਼ੱਕ ਤੁਸੀਂ ਵਾਕ ਕਰਦੇ ਹੋ, ਜਿਮ ਕਰਦੇ ਹੋ, ਅਗਰ ਅਸੀਂ 2 ਘੰਟੇ ਆਪਣੇ ਆਪ ਵਾਸਤੇ ਕੱਢ ਲਈਏ ਤੇ ਮੈਂ ਸਮਝਦਾ ਵੀ 100 ਸਾਲ ਜੀਓ। ਕਿਸੇ ਦਵਾਈ ਦੀ, ਕਿਸੇ ਡਾਕਟਰ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਜੀ। ਸੋ ਡਾਕਟਰ ਸਾਹਿਬ, ਅੱਜ ਤੁਸੀਂ ਕੀਮਤੀ ਸਮਾਂ, ਕੀਮਤੀ ਵਿਚਾਰਾਂ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸੋ ਤੁਹਾਡਾ ਧੰਨਵਾਦ। ਅੱਜ ਦਰਸ਼ਕਾਂ ਤੋਂ ਜਾਂਦੇ ਜਾਂਦੇ ਪੁੱਛਾਂਗਾ ਕਿ ਮੋਟਾਪੇ ਦੇ ਉੱਤੇ ਡਾਕਟਰ ਸਾਹਿਬ ਨੇ ਭਰਪੂਰ ਜਾਣਕਾਰੀ ਦਿੱਤੀ ਹੈ ਕਿ ਇਹਦੇ ਤੋਂ ਛੁਟਕਾਰਾ ਕਿਵੇਂ ਲਿਆ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਮੈਂਟ ਦਰਸ਼ਕ ਕਰਨਗੇ ਕਿ ਇਸ ਬਿਮਾਰੀ ਦੇ ਉੱਤੇ ਸਾਡੇ ਵਾਸਤੇ ਜਾਣਕਾਰੀ ਮੁਹੱਈਆ ਕਰਵਾਇਓ, ਉਸ ਬਿਮਾਰੀ ਨੂੰ ਆਧਾਰ ਬਣਾ ਕੇ ਆਗਾਮੀ ਪ੍ਰੋਗਰਾਮਾਂ ਦੇ ਵਿੱਚ ਡਾਕਟਰ ਸਾਹਿਬ ਤੁਹਾਡੀਆਂ ਸੇਵਾਵਾਂ ਅਸੀਂ ਫਿਰ ਲਵਾਂਗੇ। ਜਾਣ ਤੋਂ ਪਹਿਲਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਡਾਕਟਰ ਸਾਹਿਬ। ਬਹੁਤ ਸ਼ੁਕਰੀਆ, ਮਿਹਰਬਾਨੀ। ਧੰਨਵਾਦ ਜੀ। ਦੋਸਤੋ, ਇਹ ਸਨ ਡਾਕਟਰ ਅਰੀਦਮਨ ਸਿੰਘ ਮਾਹਲ, ਜਿਨ੍ਹਾਂ ਨੇ ਅੱਜ ਮੋਟਾਪੇ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ, ਇਸ ਨੂੰ ਬਚਣ ਦੇ ਵਾਸਤੇ ਕਿਵੇਂ ਆਪਣੇ ਆਹਾਰ ਦਾ, ਵਿਚਾਰ ਦਾ, ਆਪਣੀ ਜ਼ਿੰਦਗੀ ਦੇ ਵਿੱਚ ਨਿਤਮਰਾ ਦੀਆਂ ਜਿਹੜੀਆਂ ਰੋਜ਼ਾਨਾ ਦੀਆਂ ਸਾਡੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਵਿੱਚ ਕਿਵੇਂ ਸੁਧਾਰ ਲਿਆ ਕੇ ਆਪਣੇ ਆਪ ਨੂੰ ਬਚਾ ਸਕੀਏ। ਉਮੀਦ ਕਰ ਰਹੇ ਹਾਂ ਕਿ ਤੁਹਾਡੇ ਵਾਸਤੇ ਅੱਜ ਦੀ ਇਹ ਜਾਣਕਾਰੀ ਲਾਹੇਵੰਦ ਸਾਬਤ ਹੋਈ ਹੋਏਗੀ। ਸੋ ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਛੱਡਿਓ।
ਅਗਲੀ ਮੁਲਾਕਾਤ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਕਿਹੜੀ ਬਿਮਾਰੀ ਦੇ ਬਾਬਤ ਗੱਲਬਾਤ ਕਰੀਏ। ਤੁਸੀਂ ਜਿਹੜੇ ਸੁਝਾਅ ਦਿਓਗੇ ਉਹਨਾਂ ਨੂੰ ਆਧਾਰ ਬਣਾ ਕੇ ਅਗਲੇ ਉਸ ਟੌਪਿਕ ਦੇ ਉੱਤੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਪ੍ਰੋਗਰਾਮ ਦੀ ਜਾਣਕਾਰੀ ਪੁਖਤਾ ਲੱਗੀ ਹੈ, ਤੁਹਾਨੂੰ ਲੱਗਦਾ ਕਿ ਹੋਰਨਾਂ ਤੱਕ ਇਹ ਜਾਣਕਾਰੀ ਜਾਣੀ ਚਾਹੀਦੀ ਹੈ ਤਾਂ ਕਿ ਅਸੀਂ ਹੋਰਨਾਂ ਦੀਆਂ ਜਾਨਾਂ ਜ਼ਿੰਦਗੀਆਂ ਬਚਾ ਸਕੀਏ, ਪੈਸਾ ਬਚਾ ਸਕੀਏ, ਪਰਿਵਾਰਾਂ ਨੂੰ ਤੰਦਰੁਸਤ ਰੱਖਣ ਦੇ ਵਿੱਚ ਆਪਣਾ ਰੋਲ ਅਦਾ ਕਰ ਸਕੀਏ, ਤਾਂ ਇਸ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਹੁਣ ਜ਼ਿੰਦਾਦਲੀ ਦਾ ਨਾਮ ਤਾਂ ਜਾਣ ਤੋਂ ਪਹਿਲਾਂ ਕਹਾਂਗਾ, ਕਿਉਂਕਿ ਇਸ ਵਕਤ ਸਮੇਂ ਦੀ ਸਮਾਪਤੀ ਹੋ ਰਹੀ ਹੈ। ਆਓ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੋਏ ਜਾਣ ਤੋਂ ਪਹਿਲਾਂ ਆਖੀਏ ਕਿ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।